ਜੈਸ ਟਿਊਟਰ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ 9th ਕਲਾਸ ਦਾ ਮੈਥ ਦਾ ਸੈਂਪਲ ਪੇਪਰ ਡਿਸਕਸ ਕਰਨ ਜਾ ਰਹੇ ਹਾਂ। ਮੈਥ ਇੱਕ ਅਜਿਹਾ ਸਬਜੈਕਟ ਹੈ ਜਿਸ ਤੋਂ ਸਾਰੇ ਡਰਦੇ ਨੇ, ਪਰ ਮੈਂ ਤੁਹਾਨੂੰ ਇਹ ਕੁਐਸਚਨ ਪੇਪਰ ਇੰਨੇ ਈਜ਼ੀ ਤਰੀਕੇ ਦੇ ਨਾਲ ਸੋਲਵ ਕਰਵਾਵਾਂਗਾ ਕਿ ਜੇਕਰ ਤੁਹਾਨੂੰ ਇਸ ਦੇ ਨਾਲ ਦਾ ਕੋਈ ਵੀ ਕੁਐਸਚਨ ਐਗਜ਼ਾਮ ਵਿੱਚ ਆ ਜਾਵੇ, ਤੁਸੀਂ ਈਜ਼ੀ ਵੇ ਦੇ ਨਾਲ ਉਸ ਨੂੰ ਸੋਲਵ ਕਰ ਲਓਗੇ। ਮੈਥ ਨੂੰ ਹੋਰ ਈਜ਼ੀ ਤਰੀਕੇ ਦੇ ਨਾਲ ਸਮਝਣ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਹੋ ਸਕਦਾ ਹੈ ਮੇਰੀ ਕੋਈ ਇੱਕ ਵੀਡੀਓ ਤੁਹਾਨੂੰ ਮੈਥ ਵਿੱਚੋਂ ਸਿਰਫ ਪਾਸ ਹੀ ਨਹੀਂ ਸਗੋਂ 90% ਨੰਬਰ ਲੈ ਕੇ ਦੇਵੇ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਕੁਐਸਚਨ ਪੇਪਰ। ਕੁਐਸਚਨ ਨੰਬਰ ਫਸਟ ਹੈ ਜੀ ਆਪਣੇ ਕੋਲ ਕੋਆਰਡੀਨੇਟ ਆਫ origin। ਇਹ ਗ੍ਰਾਫ ਬਣਿਆ ਹੋਇਆ ਸਾਡੇ ਕੋਲ, ਇਸ ਨੂੰ ਅਸੀਂ ਪਲੇਨ ਵੀ ਕਹਿ ਦਿੰਦੇ ਆ। ਦੇਖੋ ਇਸ ਨੂੰ ਇਸ ਸਾਈਡ ਨੂੰ ਅਸੀਂ ਫਸਟ ਕੁਆਡਰੈਂਟ ਕਹਿੰਦੇ ਆ, ਇਸ ਨੂੰ ਅਸੀਂ ਸੈਕਿੰਡ, ਇਸ ਨੂੰ ਅਸੀਂ ਥਰਡ ਐਂਡ ਇਸ ਨੂੰ ਅਸੀਂ ਫੋਰਥ। ਠੀਕ ਹੈ ਜੀ। ਫਸਟ ਕੁਆਡਰੈਂਟ ਦੇ ਵਿੱਚ ਦੇਖੋ ਇਹ ਪਲੱਸ ਪਲੱਸ ਦੇ ਮੈਂ ਸਾਈਨ ਲਗਾਏ ਹੋਏ ਨੇ। ਇਹ ਪਲੱਸ ਪਲੱਸ ਦੇ ਸਾਈਨ ਕੀ ਹੁੰਦੇ ਨੇ? ਇਹ ਜਿਹੜੇ ਇਹ ਫਸਟ ਕੁਆਡਰੈਂਟ ਦੇ ਵਿੱਚ ਆਉਂਦੇ ਨੇ ਦੋਨੋਂ ਡਿਜਿਟ, ਇਹ ਵੀ ਪਲੱਸ ਦੇ ਨੇ ਇਹ ਵੀ ਪਲੱਸ ਦੇ ਨੇ, ਇਸ ਕਰਕੇ ਇੱਥੇ ਸਾਈਨ ਜਿਹੜਾ ਹੈ ਪਲੱਸ ਪਲੱਸ ਦਾ ਆ ਗਿਆ। ਹੁਣ ਇਸ ਸਾਈਡ ਦੇਖੋ, ਇਸ ਸਾਈਡ ਕੀ ਆ? ਇੱਕ ਮਾਈਨਸ ਦਾ, ਇੱਕ ਉੱਪਰ ਪਲੱਸ ਦਾ। ਠੀਕ ਹੈ ਜੀ। ਇਸ ਨੂੰ ਅਸੀਂ x ਕਹਿ ਦਿੰਦੇ ਆ, x ਵਾਲੀ ਲਾਈਨ ਹੈ, ਇਹ y ਵਾਲੀ ਲਾਈਨ ਹੈਗੀ ਆਪਣੇ ਕੋਲ। ਔਰ ਜਿਹੜਾ ਪਹਿਲਾ ਸਾਈਨ ਲੱਗਿਆ ਹੁੰਦਾ ਇਹ ਹਮੇਸ਼ਾ x ਦਾ ਹੁੰਦਾ ਐਂਡ ਦੂਜਾ ਜਿਹੜਾ ਸਾਈਨ ਹੈ ਹਮੇਸ਼ਾ y ਦਾ ਹੁੰਦਾ। ਇਹ ਤੁਸੀਂ ਯਾਦ ਰੱਖਣਾ, ਪਹਿਲਾ ਸਾਈਨ ਹਮੇਸ਼ਾ ਤੁਸੀਂ x ਦਾ ਹੀ ਲੈਣਾ। ਹੁਣ ਇਸ ਲਾਈਨ ਤੇ ਆਪਾਂ ਦੇਖਣਾ x ਦੀ ਜਿਹੜੀ ਲਾਈਨ ਹੈ ਇੱਥੇ ਕੀ ਆ? ਇੱਥੇ ਡਿਜਿਟ ਜਿਹੜੇ ਨੇ ਉਹ ਮਾਈਨਸ ਦੇ ਵਿੱਚ ਨੇ ਔਰ y ਵਾਲੇ ਦੇ ਵਿੱਚ ਪਲੱਸ ਦੇ ਨੇ, ਇਸ ਕਰਕੇ ਇਸ ਕੁਆਡਰੈਂਟ ਦੇ ਵਿੱਚ ਕੀ ਹੋ ਗਿਆ? ਮਾਈਨਸ ਐਂਡ ਪਲੱਸ ਵਾਲੇ ਡਿਜਿਟ ਮੰਨੇ ਜਾਣਗੇ। ਇਸ ਤਰ੍ਹਾਂ ਹੀ ਥਰਡ ਕੁਆਡਰੈਂਟ ਦੇ ਵਿੱਚ ਦੇਖੋ ਮਾਈਨਸ ਹੈ, ਇਸ ਸਾਈਡ ਵੀ ਨੀਚੇ x ਤੇ ਵੀ ਮਾਈਨਸ ਹੈ, y ਤੇ ਵੀ ਮਾਈਨਸ ਹੈ, ਇਸ ਕਰਕੇ ਮਾਈਨਸ ਮਾਈਨਸ ਆਨਸਰ ਆ ਗਿਆ ਇਸਦਾ। ਦੇਖੋ ਇਹ ਜਿਹੜਾ ਫੋਰਥ ਹੈ ਇਸ ਦੇ ਵਿੱਚ ਕੀ ਹੈ? ਦੇਖੋ x ਦੀ ਵੈਲਿਊ ਜਿਹੜੀ ਨੇ ਕਿਹੜੀਆਂ ਉਹ ਪਲੱਸ ਦੇ ਵਿੱਚ ਹੈ ਔਰ y ਦੀਆਂ ਜਿਹੜੀਆਂ ਉਹ ਮਾਈਨਸ ਦੇ ਵਿੱਚ ਹੈ, ਇਸ ਕਰਕੇ ਫੋਰਥ ਕੁਆਡਰੈਂਟ ਦੇ ਵਿੱਚ ਪਲੱਸ ਐਂਡ y ਵਾਲੇ ਡਿਜਿਟ ਮੰਨੇ ਜਾਣਗੇ। ਇਸ x ਨੂੰ ਅਸੀਂ ਕੀ ਕਹਿ ਦਿੰਦੇ ਆ? ਹੋਰ ਅਸੀਂ ਕੀ ਨਾਮ ਦਿੰਦੇ ਆ? ਐਕਸਿਸ ਕਾ। ਠੀਕ ਹੈ ਜੀ। ਤੇ y ਨੂੰ ਅਸੀਂ ਕਹਿ ਦਿੰਦੇ ਆ ਆਰਡੀਨੇਟ। ਇਹ ਵੀ ਕਈ ਵਾਰ ਕੁਐਸਚਨ ਆ ਜਾਂਦਾ ਕਿ x ਨੂੰ ਤੁਸੀਂ ਕੀ ਕਹਿੰਦੇ ਹੋ ਤੇ y ਨੂੰ ਤੁਸੀਂ ਕੀ ਕਹਿੰਦੇ ਹੋ। ਹੁਣ ਇੱਥੇ ਜਿਹੜਾ ਆਪਣੇ ਕੋਲ ਕੁਐਸਚਨ ਹੈ ਕੋਆਰਡੀਨੇਟ ਆਫ origin। origin ਮੀਨਸ ਵੀ ਇਹ ਲਾਈਨ ਜਿਹੜੀ ਕਿੱਥੋਂ ਸਟਾਰਟ ਹੁੰਦੀ ਹੈ, ਲਾਈਨ ਜਿਹੜੀਆਂ ਇਹ ਕਿੱਥੇ ਬਾਈਸੈਕਟ ਕਰਦੀਆਂ ਜਾਂ ਕਿੱਥੋਂ ਇਹਨਾਂ ਦਾ ਕੋਆਰਡੀਨੇਟ ਹੋ ਰਿਹਾ, ਕਿੱਥੋਂ ਸਟਾਰਟ ਹੁੰਦੀਆਂ। ਦੇਖੋ ਇੱਕ ਸੈਂਟਰ ਆਪਣੇ ਕੋਲ, ਇਸ ਨੂੰ ਅਸੀਂ ਨਾਮ ਦਿੰਦੇ ਆ ਇੱਥੇ 0। ਠੀਕ ਹੈ। ਸੋ ਇਸ ਦਾ ਜਿਹੜਾ ਆਨਸਰ ਆਏਗਾ ਸੈਕਿੰਡ ਆਪਸ਼ਨ 0 0। ਦ ਹੋਰੀਜ਼ੋਨਟਲ ਲਾਈਨ ਇਜ਼ ਕਾਲਡ। ਹੁਣ ਦੇਖੋ ਇਹ ਜਿਹੜੀ ਲਾਈਨ ਆ ਆਪਣੇ ਕੋਲ ਇਹ x ਵਾਲੀ ਲਾਈਨ, ਤੁਸੀਂ ਯਾਦ ਰੱਖਣਾ ਬਸ x ਵਾਲੀ ਲਾਈਨ ਜਿਹੜੀ ਆਪਣੇ ਕੋਲ ਇਹ ਹੋਰੀਜ਼ੋਨਟਲ ਹੁੰਦੀ ਹੈ ਜੀ ਐਂਡ ਆ y ਵਾਲੀ ਲਾਈਨ ਜਿਹੜੀ ਲੰਬੀ ਆ ਆਪਣੇ ਕੋਲ ਇਹ ਵਰਟੀਕਲ ਹੁੰਦੀ ਹੈ। ਹੋਰੀਜ਼ੋਨਟਲ ਲਾਈਨ ਇਜ਼ ਕਾਲਡ, ਤੋਂ ਹੋਰੀਜ਼ੋਨਟਲ ਲਾਈਨ ਨੂੰ ਅਸੀਂ ਕੀ ਕਹਿ ਦਿੰਦੇ ਆ? x ਐਕਸਿਸ। ਇਸ ਨੂੰ ਅਸੀਂ x ਐਕਸਿਸ ਦੇ ਨਾਮ ਨਾਲ ਜਾਣਦੇ ਆ ਤੇ y ਵਾਲੀ ਲਾਈਨ ਨੂੰ ਅਸੀਂ y ਐਕਸਿਸ ਕਹਿ ਦਿੰਦੇ ਆ। ਥਰਡ ਕੁਐਸਚਨ ਆਪਣੇ ਕੋਲ ਦਾ ਕੋਆਰਡੀਨੇਟ -2 -3 ਲਾਈਜ਼ ਇਨ ਵਿਚ ਕੁਆਡਰੈਂਟ। ਹੁਣ ਦੇਖੋ -2 -3 ਦੇਖੋ ਮੈਂ ਤੁਹਾਨੂੰ ਹੁਣੇ ਸਮਝਾ ਕੇ ਹਟਿਆ ਸੀ ਕੁਐਸਚਨ, ਮਾਈਨਸ ਮਾਈਨਸ ਵਾਲੇ ਆ ਗਏ ਇੱਥੇ ਮਾਈਨਸ ਔਰ ਮਾਈਨਸ, ਇਹ ਆਪਣੇ ਕੋਲ ਕਿੱਥੇ ਆ ਰਿਹਾ? ਥਰਡ ਕੁਆਡਰੈਂਟ ਵਿੱਚ ਆ ਰਿਹਾ। ਦੇਖੋ ਇਸ ਕਰਕੇ ਇਹਦਾ ਆਨਸਰ ਹੋਇਆ 3। ਫੋਰਥ ਕੁਐਸਚਨ ਹੈ ਸਾਡੇ ਸਾਹਮਣੇ, ਸੋਲਵ 2x 4। ਦੇਖੋ ਬਹੁਤ ਹੀ ਸਿੰਪਲ ਹੈ ਇਸ ਨੂੰ ਸੋਲਵ ਕਰਨਾ। 2x 4। ਦੇਖੋ ਜਿਹੜਾ x ਦੇ ਨਾਲ ਜਦੋਂ ਦੇਖੋ ਇਹ ਜਿਹੜਾ x ਹੈ ਐਂਡ 2 ਹੈ, ਇਹਨਾਂ ਦੋਨਾਂ ਦੇ ਵਿੱਚ ਕੋਈ ਵੀ ਸਾਈਨ ਨਹੀਂ, ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਹਮੇਸ਼ਾ x ਇੱਥੇ ਹੀ ਰੱਖਦੇ ਹਾਂ, 4 ਆਪਣੀ ਜਗ੍ਹਾ ਤੇ ਰਹੇਗਾ। ਇਹ ਜਿਹੜਾ ਇਸ ਦੇ ਨਾਲ ਚਿੰਬੜਿਆ ਇਹ ਨੀਚੇ ਜਾਏਗਾ। ਇਹ ਦੇਖੋ 2 ਨੀਚੇ ਚਲੇ ਗਿਆ, ਇਸ ਦੀ ਅਸੀਂ ਕਟਿੰਗ ਕਰ ਦਾਂਗੇ, 2 1 ਦਾ 2 2 ਦਾ, x 2 ਜਿਹੜਾ ਆਨਸਰ ਆ ਜਾਏਗਾ ਆਪਣੇ ਕੋਲ। ਦੇਖੋ ਆਨਸਰ ਹੋ ਗਿਆ ਆਪਣੇ ਕੋਲ 2। ਠੀਕ ਹੈ। ਇਸ ਦੇ ਨਾਲ ਦਾ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਸਮਝਾ ਦਿੰਦਾ, ਕਈ ਵਾਰੀ ਪੇਪਰ ਦੇ ਵਿੱਚ ਆ ਜਾਂਦਾ, ਜਿਸ ਤਰ੍ਹਾਂ 2x + 2 = 4। ਤੁਸੀਂ ਕੀ ਕਰਨਾ? ਦੇਖੋ 2x ਜਿਹੜਾ ਵੈਰੀਏਬਲ ਕਿਸ ਨੂੰ ਕਹਿੰਦੇ ਆ? a ਤੋਂ ਲੈ ਕੇ z ਤੱਕ ਕੋਈ ਵੀ ਜਿਹੜਾ ਡਿਜਿਟ ਹੁੰਦਾ ਉਹ ਉਸ ਨੂੰ ਅਸੀਂ ਵੈਰੀਏਬਲ ਕਹਿੰਦੇ ਆ ਮੈਥਮੈਟੀਕਲ ਲੈਂਗੁਏਜ ਦੇ ਵਿੱਚ। ਠੀਕ ਹੈ ਜੀ। ਸੋ ਇਹ ਜਿਹੜੇ ਵੈਰੀਏਬਲ ਡਿਜਿਟ ਨੇ ਜਾਂ ਉਸਦੇ ਨਾਲ ਕੋਈ ਵੀ ਚਿੰਬੜਿਆ ਹੋਇਆ ਉਹਨੂੰ ਅਸੀਂ ਬਿਲਕੁਲ ਵੀ ਆਪਣੀ ਜਗ੍ਹਾ ਤੋਂ ਨਹੀਂ ਹਿਲਾਉਣਾ। 2x ਆਪਣੀ ਜਗ੍ਹਾ ਤੇ = ਤੋਂ ਬਾਅਦ ਜੋ ਪਾਇਆ ਦੇਖੋ 4 ਆਪਣੀ ਜਗ੍ਹਾ ਤੇ, ਇਹ ਜਿਹੜਾ 2 ਹੈ ਇਹ ਉਸ ਸਾਈਡ ਚਲ ਜਾਏਗਾ। ਹੁਣ ਇਹਦੇ ਨਾਲ ਜਿਹੜਾ ਸਾਈਨ ਲੱਗਿਆ ਦੇਖੋ ਕਿਹੜਾ ਲੱਗਿਆ? ਪਲੱਸ ਦਾ। ਇਹ ਜਦੋਂ ਦੂਜੀ ਸਾਈਡ ਜਾਏਗਾ ਤਾਂ ਆਪਣੇ ਕੋਲੇ ਮਾਈਨਸ ਦਾ ਹੋ ਜਾਏਗਾ। ਠੀਕ ਹੈ ਜੀ। ਫਿਰ 2x = ਇਸ ਨੂੰ 4 - 2 ਆਨਸਰ ਆ ਜਾਏਗਾ 2। ਫਿਰ x = 2/2, ਇਸ ਦੀ ਕਟਿੰਗ ਹੋ ਜਾਏਗੀ, ਆਨਸਰ ਆ ਜਾਏਗਾ 1, x = 1। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਅ ਲੀਨੀਅਰ ਇਕੁਏਸ਼ਨ ਇਨ ਅ 2 ਵੇਰੀਏਬਲ ਹੈਜ਼ ਸੋਲੂਸ਼ਨ। ਕਹਿੰਦੇ ਕਿ ਲੀਨੀਅਰ ਇਕੁਏਸ਼ਨ ਹੈ ਉਹਦੇ 2 ਵੇਰੀਏਬਲ ਹੋਣ ਤਾਂ ਉਸਦਾ ਆਨਸਰ ਕੀ ਹੋਏਗਾ ਸਾਡੇ ਕੋਲ? 1 2 3 ਜਾਂ ਇਨਫਾਈਨਾਈਟ।
ਦੇਖੋ ਲੀਨੀਅਰ ਇਕੁਏਸ਼ਨ ਹੁੰਦੀ ਆ 2x y, ਇਹ 2 ਵੈਰੀਏਬਲ ਹੋ ਗਏ। ਵੈਰੀਏਬਲ ਦੇਖੋ ਮੈਂ ਤੁਹਾਨੂੰ ਹੁਣੇ ਸਮਝਾਇਆ ਸੀ ਨਾ ਕਿ ਜਿਹੜੇ ਵੈਰੀਏਬਲ ਹੁੰਦੇ ਨੇ a ਤੋਂ ਲੈ ਕੇ z ਤੱਕ, ਕੋਈ ਵੀ ਜਿਹੜਾ ਲਿਖਿਆ ਹੋਊਗਾ ਇੰਗਲਿਸ਼ ਦੇ ਵਿੱਚ ਉਸਨੂੰ ਅਸੀਂ ਵੈਰੀਏਬਲ ਕਹਿ ਦਿੰਦੇ ਆ। ਠੀਕ ਹੈ ਜੀ। ਦੇਖੋ ਇੱਥੇ 2x ਐਂਡ y, ਇੱਥੇ x ਇੱਕ ਵੈਰੀਏਬਲ ਆ ਗਿਆ, ਇੱਕ y ਆ ਗਿਆ, ਇਸ ਕਰਕੇ ਇਹ 2 ਵੈਰੀਏਬਲ ਬਣ ਗਈ। ਜਦੋਂ ਆਪਾਂ ਇਸ ਨੂੰ ਸੋਲਵ ਕਰਨਾ ਹੈ ਤਾਂ ਮੰਨ ਲਓ ਇੱਥੇ x ਦੀ ਜਗ੍ਹਾ ਤੇ ਅਸੀਂ 1 ਪੁੱਟ ਕਰ ਦਿੱਤਾ, 2 1 y is equal to 0, 2 plus y is equal to 0, y ਇੱਥੇ ਹੀ ਰਹਿ ਜਾਏਗਾ, 2 ਜਿਹੜਾ ਉਸ ਸਾਈਡ ਚਲ ਜਾਏਗਾ, ਇਹਦਾ ਜਿਹੜਾ ਸਾਈਨ ਚੇਂਜ ਹੋ ਜਾਏਗਾ ਤੇ ਬਣ ਜਾਏਗਾ -2। ਠੀਕ ਹੈ ਜੀ। ਉਹ ਕੁਐਸਚਨ ਦੇ ਵਿੱਚ ਕੀ ਪੁੱਛ ਰਿਹਾ, ਕਹਿੰਦਾ ਜਦੋਂ ਵੀ ਤੁਸੀਂ ਇਸ ਤਰੀਕੇ ਦੀ ਕੋਈ ਇਕੁਏਸ਼ਨ ਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਕੀ ਆਨਸਰ ਆਏਗਾ। ਦੇਖੋ ਆਪਾਂ ਕੋਈ ਵੀ ਪੁੱਟ ਕਰ ਸਕਦੇ ਹਾਂ। ਦੇਖੋ 1 ਪੁੱਟ ਕਰਤਾ ਤਾਂ ਵੀ ਸੋਲਵ ਹੋ ਜਾਏਗਾ, 2 ਪੁੱਟ ਕਰ ਦਾਂਗੇ ਤਾਂ ਵੀ ਸੋਲਵ ਹੋ ਜਾਏਗਾ, ਕੋਈ ਨਾ ਕੋਈ ਇਸ ਦੀ ਵੈਲਿਊ ਹਮੇਸ਼ਾ ਨਿਕਲਦੀ ਰਹੇਗੀ। तो इस करके आंसर की हो जाएगा साढ़े को इनफाइनाइट। इनफाइनाइट इज द आंसर हो जाएगा। सिक्स्थ क्वेश्चन है जी अपने को, द वॉल्यूम ऑफ द हेमिस्फीयर। हेमिस्फीयर दा वॉल्यूम की हुंदा है। ऑप्शन है जी साढ़े सामने, देखो आंसर होएगा साढ़े को 2.3 पाई आर क्यू। ठीक है जी। और जेड़ा 2LB प्लस BH प्लस HL ये किसका फार्मूला हुंदा जी, ये हुंदा TSA ऑफ क्यूबाई। ठीक है जी। 2 पाई आर एच किसका फार्मूला हुंदा है, CSA ऑफ सिलेंडर। ये भी तुसी याद कर लो, कई बार पेपर ਦੇ ਵਿੱਚ ਆ ਜਾਂਦਾ। ਨੈਕਸਟ 7th ਕੁਐਸਚਨ ਆਪਣੇ ਕੋਲ, ਹਾਊ ਮੈਨੀ ਲੀਟਰਸ ਵਿਲ ਬੀ ਇਕੁਅਲ ਟੂ 1 ਮੀਟਰ ਕਿਊਬ। 1 ਮੀਟਰ ਕਿਊਬ ਦੇ ਵਿੱਚ ਜੇ ਅਸੀਂ ਇਹਨੂੰ ਚੇਂਜ ਕਰਨਾ ਹੋਵੇ ਤਾਂ ਕਿੰਨੇ ਲੀਟਰ ਬਣ ਜਾਣਗੇ ਇਹਦੇ ਵਿੱਚ, 1000 ਲੀਟਰ। 8th ਕੁਐਸਚਨ ਹੈ ਜੀ ਆਪਣੇ ਸਾਹਮਣੇ, which of the following is not a measure of central tendency। ਸੈਂਟਰਲ ਟੈਂਡੈਂਸੀ ਮੀਨ ਮਤਲਬ ਕਿ ਇਹਦੀ ਐਕੂਰੇਟ ਕਿਹੜੀ, ਜਿਹੜੀ ਕਿਸ ਨੂੰ ਅਸੀਂ ਐਕੂਰੇਟ ਨਹੀਂ ਮੰਨਦੇ ਹੈਗੇ, ਕਿਸ ਦੀ ਵੈਲਿਊ ਨੂੰ ਅਸੀਂ ਐਕੂਰੇਟ ਨਹੀਂ ਮੰਨਦੇ। ਦੇਖੋ ਉਸ ਦਾ ਆਨਸਰ ਹੈਗਾ ਸਾਡੇ ਕੋਲ ਰੇਂਜ। ਹੁਣ ਰੇਂਜ ਜਦੋਂ ਆਪਾਂ ਕੱਢਣੀ ਹੋਵੇ ਤਾਂ ਆਪਾਂ ਕਿਵੇਂ ਕੱਢਦੇ ਹਾਂ, ਦੇਖੋ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਜਦੋਂ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਇਸ ਦੀ ਰੇਂਜ ਵੀ ਕੱਢੋ, ਉਸ ਕੁਐਸਚਨ ਦੇ ਤੁਹਾਡੇ ਕੋਲ ਨੰਬਰ ਦਿੱਤੇ ਹੋਣਗੇ 1 ਤੋਂ ਲੈ ਕੇ ਮੰਨ ਲਓ ਇਸ ਤਰ੍ਹਾਂ ਕੋਈ ਨੰਬਰ ਦਿੱਤੇ ਨੇ। ਠੀਕ ਹੈ ਜੀ। ਉਹਦੇ ਵਿੱਚ ਤੁਹਾਨੂੰ 90 ਦਿੱਤਾ ਲਾਸਟ, ਮੰਨ ਲਓ 90 ਜਿਹੜਾ ਹਾਈਐਸਟ ਹੋ ਗਿਆ ਔਰ ਲੋਐਸਟ ਹੋ ਗਿਆ ਤੁਹਾਡੇ ਕੋਲ 1, ਤਾਂ ਇਸ ਨੂੰ ਅਸੀਂ ਮਾਈਨਸ ਕਰ ਦਾਂਗੇ। 90 ਜੋ 1 ਜਦੋਂ ਮਾਈਨਸ ਕਰਾਂਗੇ ਤਾਂ ਆਨਸਰ ਆ ਜਾਏਗਾ 89, ਤਾਂ ਸਾਡੀ ਰੇਂਜ ਹੋ ਜਾਏਗੀ 89। ਮੀਨ ਬਾਰੇ ਵੀ ਦੇਖੋ ਥੋੜਾ ਜਿਹਾ ਸਮਝ ਲਓ ਤੁਸੀਂ। ਮੀਨ ਦਾ ਜਿਹੜਾ ਫਾਰਮੂਲਾ ਹੁੰਦਾ ਹੈ, ਸਮ ਆਫ ਆਲ ਆਬਜ਼ਰਵੇਸ਼ਨ ਅਪੋਨ ਟੋਟਲ ਨੰਬਰ ਆਫ ਆਬਜ਼ਰਵੇਸ਼ਨ। ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਮਤਲਬ ਤੁਹਾਨੂੰ ਉਸ ਪੇਪਰ ਦੀ ਸਮਝ ਵੀ ਹੋਣੀ ਚਾਹੀਦੀ ਹੈ, ਉਹਨਾਂ ਕੁਐਸਚਨ ਦੀ ਸਮਝ ਵੀ ਹੋਣੀ ਚਾਹੀਦੀ ਹੈ ਕਿ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਿਵੇਂ ਕਰਨਾ। ਹੁਣ ਮੰਨ ਲਓ ਤੁਹਾਨੂੰ ਕੋਈ ਡਿਜਿਟ ਦਿੱਤੇ ਹੋਣ 2 4 6 8। ਠੀਕ ਹੈ ਜੀ। ਤੁਸੀਂ ਕੀ ਕਰਨਾ, ਹੁਣ ਦੇਖੋ ਇਹਦੇ ਵਿੱਚ ਆਪਾਂ ਮੰਨ ਲਓ ਇਹਨਾਂ ਡਿਜਿਟ ਅਸੀਂ ਮੀਨ ਕੱਢਣਾ ਹੋਵੇ ਤਾਂ ਅਸੀਂ ਇਹ ਫਾਰਮੂਲੇ ਦੇ ਅਕੋਰਡਿੰਗ ਚੱਲਾਂਗੇ। ਸਮ ਆਫ ਆਲ ਆਬਜ਼ਰਵੇਸ਼ਨ, ਤਾਂ ਇਹਨਾਂ ਸਾਰਿਆਂ ਨੂੰ ਅਸੀਂ ਪਲੱਸ ਕਰ ਦਾਂਗੇ 2 + 4 + 6 + 8 ਅਪੋਨ ਇਹਨਾਂ ਨੂੰ ਹੀ ਅਸੀਂ ਕਾਊਂਟ ਕਰ ਲਾਂਗੇ 1 2 3 4। ਠੀਕ ਹੈ ਜੀ। 4 ਇਹ ਟੋਟਲ ਨੇ, ਪਲੱਸ ਕਰਕੇ ਸਾਡੇ ਕੋਲ ਆਨਸਰ ਆਏਗਾ। ਦੇਖੋ 4 और 2 6, 6 और 6 12, 12 और 8 20, 20.4। ਇਸ ਨੂੰ ਅਸੀਂ ਡਿਵਾਈਡ ਕਰ ਦਾਂਗੇ 4 1 ਦਾ 4 5 ਦਾ, ਤਾਂ ਮੀਨ ਆ ਜਾਏਗਾ ਸਾਡੇ ਕੋਲ 5। ਦੇਖੋ ਜੇ ਤੁਸੀਂ ਮੀਡੀਅਨ ਕੱਢਣਾ ਹੋਵੇ ਫਿਰ ਮੀਡੀਅਨ ਨੂੰ ਕੱਢਣ ਲਈ ਅਰੇਂਜਿੰਗ ਦਾ ਗਿਵਨ ਡਾਟਾ ਇਨ ਅਸੈਂਡਿੰਗ ਆਰਡਰ। ਦੇਖੋ ਜਿਵੇਂ ਕੁਐਸਚਨ ਦਿੱਤਾ ਹੋਇਆ ਤੁਹਾਨੂੰ, ਇਸ ਨੂੰ ਤੁਸੀਂ ਪਹਿਲਾਂ ਦੇਖੋ ਇਹਨਾਂ ਨੇ ਅਸੈਂਡਿੰਗ ਆਰਡਰ ਦੇ ਵਿੱਚ ਲਗਾਇਆ ਹੋਇਆ। ਅਸੈਂਡਿੰਗ ਆਰਡਰ ਮਤਲਬ ਸਭ ਤੋਂ ਛੋਟਾ ਫਿਰ ਉਸ ਤੋਂ ਵੱਡਾ, ਉਸ ਤੋਂ ਵੱਡਾ। ਠੀਕ ਹੈ ਜੀ। ਫਿਰ ਇਸ ਦੀ ਆਬਜ਼ਰਵੇਸ਼ਨ ਲੈਣੀ ਹੈ, ਪਹਿਲਾਂ ਡਿਜਿਟ ਗਿਣ ਲੈਣੇ। ਦੇਖੋ ਇੱਥੇ ਗਿਣੇ ਹੋਏ ਨੰਬਰ ਆਬਜ਼ਰਵੇਸ਼ਨ 10 ਮੀਨਸ ਫਿਰ ਟੋਟਲ ਨੰਬਰ ਜਿਹੜੇ ਨੇ ਉਹ 10 ਨੇ। ठीक है। फिर तुसी मडेन का फार्मूला लगाना है n.2 nth ऑब्जरवेशन प्लस n.2 + 1 nth ऑब्जरवेशन। ਹੁਣ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ, ਇਹਦੀ ਵੈਲਿਊ ਪੁੱਟ ਕਰ ਦੇਣੀ ਹੈ। ਦੇਖੋ n ਦੀ ਜਗ੍ਹਾ ਤੇ ਆਏਗਾ ਤੁਹਾਡੇ ਕੋਲ 10, ਅਪੋਨ ਦੀ ਜਗ੍ਹਾ ਆਇਆ ਤਾਂ ਆਏਗਾ ਤੁਹਾਡੇ ਕੋਲ 2 ਜਿਹੜਾ ਫਾਰਮੂਲੇ ਵਾਲਾ। ਠੀਕ ਹੈ ਜੀ। ਇਸੇ ਸਾਈਡ ਫਿਰ ਇਸੇ ਤਰੀਕੇ ਨਾਲ n.2 ਮਤਲਬ 10.2 + 1। ਹੁਣ 10.2 ਨੂੰ ਤੁਸੀਂ ਇਹਨੂੰ ਕਟਿੰਗ ਕਰੋਗੇ, ਦੇਖੋ ਆਏਗਾ ਤੁਹਾਡੇ ਕੋਲ 5th ਐਂਡ 10.2 + 1। ਇਹਦੇ ਵਿੱਚ ਕੁਝ ਨਹੀਂ ਤਾਂ 1 ਲਗਾ ਲਓ, ਇਸ ਦਾ ਐਲਸੀਐਮ ਲੈ ਲਓ 2 ਦੇ ਟੇਬਲ ਦੇ ਵਿੱਚ 2 ਕਿੱਥੇ ਆਉਂਦਾ ਹੈ 1 ਤੇ 1 ਨੂੰ ਉੱਪਰ ਇਹਨਾਂ ਮਲਟੀਪਲਾਈ ਕਰ ਦਿਓ 10 ਪਲੱਸ 1 ਦੇ ਟੇਬਲ 'ਚ 2 ਕਿੱਥੇ ਆਇਆ 2 ਤੇ 2 ਨੂੰ ਉੱਪਰ ਇਹਨਾਂ ਮਲਟੀਪਲਾਈ ਕਰੋ ਤਾਂ ਆਨਸਰ ਆਏਗਾ ਤੁਹਾਡੇ ਕੋਲ 2। 10 + 2 ਹੋ ਗਿਆ 12 ਅਪੋਨ 2। ਇਸ ਨੂੰ ਕਟਿੰਗ ਕਰ ਦੋਗੇ, ਆਨਸਰ ਆ ਜਾਏਗਾ ਤੁਹਾਡੇ ਕੋਲ 6। तो ये हो गया 6th ऑब्जरवेशन। पहले ਨੂੰ ਸੋਲਵ ਕੀਤਾ ਤਾਂ ਸਾਡੇ ਕੋਲ ਆਇਆ 5th ऑब्जरवेशन, ਸੈਕਿੰਡ ਨੂੰ ਸੋਲਵ ਕੀਤਾ ਤਾਂ ਆਨਸਰ ਆਇਆ ਸਾਡੇ ਕੋਲ 6th ऑब्जरवेशन। ਤਾਂ 5th ऑब्जरवेशन ਮੀਨਸ ਤੁਸੀਂ ਇੱਥੋਂ ਕਾਊਂਟ ਕਰਨਾ। ਦੇਖੋ ਹੁਣ 5th ਨੰਬਰ ਤੇ ਤੁਹਾਡੇ ਕੋਲ ਕਿਹੜਾ ਡਿਜਿਟ ਪਿਆ 1 2 3 4 5 5। ਦੇਖੋ 5 ਇੱਥੇ ਆ ਗਿਆ ਤਾਂ ਇਸ ਤੇ ਕਿਹੜਾ ਨੰਬਰ ਪਿਆ 3, ਤੁਸੀਂ 3 ਲਗਾ ਲੈਣਾ ਹੈ। 6 ਨੰਬਰ ਤੇ ਕਿਹੜਾ ਡਿਜਿਟ ਪਿਆ ਉਹ ਵੀ ਨਾਲ ਦੇਖੋ ਪਿਆ 6 ਤੇ 3 ਔਰ 3 ਨੂੰ ਪਲੱਸ ਕਰ ਦੇਣਾ 6 ਨੀਚੇ ਅਪੋਨ 2 ਆ ਗਿਆ। ਇਸ ਨੂੰ ਅਸੀਂ ਕਟਿੰਗ ਕਰ ਦਾਂਗੇ ਤਾਂ ਆਨਸਰ ਸਾਡੇ ਕੋਲ 3 ਆ ਜਾਏਗਾ।
तो इस तरह ਅਸੀਂ ਕੀ ਕਰਨਾ ਮੇਨਟੇਨ ਕਰ ਲੈਣਾ। ਹੁਣ ਇਸੇ ਤਰੀਕੇ ਨਾਲ ਜਦੋਂ ਮੋਡ ਕੱਢਣਾ ਹੋਵੇ ਦੇਖੋ ਤਾਂ ਅਰੇਂਜਿੰਗ ਦਾ ਗਿਵਨ ਡਾਟਾ ਇਨ ਅਸੈਂਡਿੰਗ ਆਰਡਰ ਵੀ ਹੈ, ਇਸ ਨੂੰ ਤੁਸੀਂ ਅਸੈਂਡਿੰਗ ਆਰਡਰ ਦੇ ਵਿੱਚ ਲਗਾ ਲੈਣਾ ਔਰ ਤੁਸੀਂ ਜਿਹੜਾ ਸਭ ਤੋਂ ਜ਼ਿਆਦਾ ਹਾਈਐਸਟ ਟਾਈਮ ਜਿਹੜਾ ਹੈਗਾ ਡਿਜਿਟ ਆਇਆ ਹੋਵੇ ਉਹ ਤੁਸੀਂ ਆਨਸਰ ਦੇਣਾ ਉਸਦਾ ਮੋਡ। ਤਾਂ ਮੋਡ ਦੇ ਵਿੱਚ ਅਸੀਂ ਆਨਸਰ ਦਵਾਂਗੇ 3। ਨੈਕਸਟ ਅਸੀਂ ਸੋਲਵ ਕਰਦੇ ਹਾਂ ਜੀ ਟਰੂ ਐਂਡ ਫਾਲਸ। ਦਾ ਵਾਈ ਐਕਸਿਸ ਇਜ਼ ਆਲਸੋ ਕਾਲਡ ਦਾ ਡਾਇਗਨਲ। ਜਿਹੜਾ ਵਾਈ ਐਕਸਿਸ ਹੈ ਇਸ ਨੂੰ ਅਸੀਂ ਡਾਇਗਨਲ ਵੀ ਕਹਿੰਦੇ ਆ। ਨਹੀਂ ਜੀ ਇਹ ਗਲਤ ਹੈ, ਵਾਈ ਐਕਸਿਸ ਨੂੰ ਅਸੀਂ ਡਾਇਗਨਲ ਨਹੀਂ ਕਹਿੰਦੇ। ਦਾ ਡਾਇਗਨਲ ਆਫ ਅ ਕੁਆਡਰੀਲੇਟਰ ਆਰ ਪਰਪੈਂਡੀਕੂਲਰ ਟੂ ਈਚ ਅਦਰ। ਕੁਆਡਰੀਲੇਟਰ ਮੰਨ ਲਓ ਇੱਕ ਸ਼ੇਪ ਹੈ ਦੇਖੋ ਕੁਆਡਰੀਲੇਟਰ ਦੀ, ਠੀਕ ਹੈ ਜੀ। ਦਾ ਡਾਇਗਨਲ ਇਸ ਦੇ ਡਾਇਗਨਲ ਕਿਹੜੇ ਹੁੰਦੇ ਨੇ ਦੇਖੋ ਇਸ ਸੈਂਟਰ ਦੇ ਵਿੱਚ ਜਿਹੜੀਆਂ ਦੋ ਲਾਈਨਾਂ ਜਾ ਰਹੀਆਂ ਇਸ ਨੂੰ ਅਸੀਂ ਡਾਇਗਨਲ ਕਹਿ ਦਿੰਦੇ ਆ। ਦਾ ਡਾਇਗਨਲ ਆਫ ਕੁਆਡਰੀਲੇਟਰ ਆਰ ਪਰਪੈਂਡੀਕੂਲਰ ਟੂ ਈਚ ਅਦਰ। ਦੇਖੋ ਜਦੋਂ ਇਹ ਕਹਿੰਦਾ ਕਿ ਆਪਸ ਦੇ ਵਿੱਚ ਕੱਟਦੇ ਨੇ ਕਿ ਇਹ 90 ਡਿਗਰੀ ਦਾ ਐਂਗਲ ਬਣਾਉਂਦੇ ਨੇ, ਨਹੀਂ ਜੀ ਇਹ 90 ਡਿਗਰੀ ਦਾ ਐਂਗਲ ਨਹੀਂ ਬਣਾਉਂਦੇ, ਇਸ ਕਰਕੇ ਇਹ ਫਾਲਸ ਹੋ ਗਿਆ। ਅ ਕਾਈਟ ਇਜ਼ ਅ ਪੈਰਲੇਗ੍ਰਾਮ। ਦੇਖੋ ਜਿਹੜਾ ਉਹ ਕੀ ਕਹਿੰਦਾ ਕਿ ਜਿਹੜੀ ਕਾਈਟ ਦੀ ਸ਼ੇਪ ਹੈ ਕੀ ਇਹ ਪੈਰਲੇਗ੍ਰਾਮ ਦੀ ਹੈ। ਜਿਹੜੀ ਕਾਈਟ ਦੀ ਸ਼ੇਪ ਆ ਉਹ ਹਮੇਸ਼ਾ ਰੋਮਬਸ ਸ਼ੇਪ ਦੇ ਵਿੱਚ ਹੁੰਦੀ ਹੈ, ਠੀਕ ਹੈ ਜੀ। ਸੋ ਇਸ ਕਰਕੇ ਇਹ ਵੀ ਫਾਲਸ ਹੋ ਗਿਆ। ਲੀਨੀਅਰ ਇਕੁਏਸ਼ਨ ਵਿਦ ਟੂ ਵੇਰੀਏਬਲ ਕੈਨ ਹੈਵ ਇਨਫਾਈਨਾਈਟਲੀ ਮੈਨੀ ਸੋਲੂਸ਼ਨ। ਲੀਨੀਅਰ ਇਕੁਏਸ਼ਨ ਉਹੀ ਦੇਖੋ ਕੁਐਸਚਨ ਦੁਬਾਰਾ ਆ ਗਿਆ। ਜਿਹੜੀ ਲੀਨੀਅਰ ਇਕੁਏਸ਼ਨ ਹੈ ਜਿਹਦੇ ਵਿੱਚ ਟੂ ਵੇਰੀਏਬਲ ਹੁੰਦੇ ਨੇ ਕਿ ਉਸਦਾ ਜਿਹੜਾ ਆਂਸਰ ਹੈ ਉਹ ਇਨਫਾਈਨਾਈਟਲੀ ਮੈਨੀ ਸੋਲੂਸ਼ਨ ਹੋਏਗਾ। ਯੈਸ ਇਹ ਟਰੂ ਹੈ ਜੀ। ਸਟੂਡੈਂਟਸ ਮੈਂ ਆਪਣੇ ਚੈਨਲ ਤੇ ਕੁਝ ਵੀਡੀਓ ਵੀ ਬਣਾਈਆਂ ਹੋਈਆਂ ਤੁਹਾਨੂੰ ਬੇਸਿਕ ਜਾਣਕਾਰੀ ਦੇਣ ਦੇ ਲਈ, ਜਿਵੇਂ ਪਾਈਥਾਗੋਰਸ ਦੀ ਥਿਓਰਮ ਹੋ ਗਈ, ਰੂਟ ਦੇ ਉੱਪਰ ਮੈਂ ਵੀਡੀਓ ਬਣਾਈ ਹੋਈ ਹੈ। ਬੱਚਿਆਂ ਨੂੰ ਰੂਟ ਦੇ ਕੁਐਸਚਨ ਸਮਝਣ ਦੇ ਲਈ ਬਹੁਤ ਪ੍ਰੋਬਲਮ ਹੁੰਦੀ ਹੈ। ਉਸ ਦਾ ਲਿੰਕ ਜਿਹੜਾ ਤੁਹਾਨੂੰ ਆਈ ਬਟਨ ਤੇ ਵੀ ਸ਼ੋ ਹੋ ਰਿਹਾ ਹੋਵੇਗਾ, ਤੁਸੀਂ ਉੱਥੇ ਜਾ ਕੇ ਵੀਡੀਓ ਦੇਖ ਸਕਦੇ ਹੋ, ਉਸ ਨੂੰ ਸਮਝ ਸਕਦੇ ਹੋ। ਰੂਟ ਵਾਲੇ ਕੁਐਸਚਨ ਨੂੰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗੀ। ਫਿਫਥ ਹੈ ਜੀ ਆਪਣੇ ਕੋਲ ਦਾ ਗ੍ਰਾਫ ਆਫ x ਇਜ਼ੀਕਲ ਟੂ a ਇਜ਼ ਅ ਸਟ੍ਰੇਟ ਲਾਈਨ ਪੈਰਲਲ ਟੂ y ਐਕਸਿਸ। ਇਸ ਦਾ ਆਂਸਰ ਟਰੂ ਹੈ ਜੀ। ਨੈਕਸਟ ਐਕਸ਼ਨ ਆ ਗਈ ਫਿਲਿੰਗ ਦੀ ਬਲੈਂਕਸ। ਵਾਟ ਇਜ਼ ਦਾ ਡੈਰੀਵੇਟਿਵ ਆਫ ਅ ਲੀਨੀਅਰ ਇਕੁਏਸ਼ਨ। ਕਹਿੰਦੇ ਲੀਨੀਅਰ ਇਕੁਏਸ਼ਨ ਇਸ ਦੀ ਡੈਰੀਵੇਟਿਵ ਕੀ ਹੁੰਦੀ ਹੈ ਸਟ੍ਰੇਟ ਲਾਈਨ ਹੁੰਦੀ ਹੈ ਜੀ। ਸਲੈਂਟ ਹਾਈਟ ਆਫ ਅ ਕੋਨ ਇਸ ਦਾ ਸਲੈਂਟ ਹਾਈਟ ਦਾ ਫਾਰਮੂਲਾ ਕੀ ਹੁੰਦਾ ਹੈ L ਇਜ਼ ਇਕੁਅਲ ਟੂ h ਸਕੁਅਰ ਪਲੱਸ r ਸਕੁਅਰ। ਦੇਖੋ ਜਿਵੇਂ ਰੂਟ ਵਾਲੇ ਕੁਐਸਚਨ ਨੇ, ਮੰਨ ਲਓ ਤੁਹਾਨੂੰ h ਦੀ ਵੈਲਿਊ 10 ਦਿੱਤੀ ਹੈ, r ਦੀ ਵੈਲਿਊ 12 ਦਿੱਤੀ ਹੈ, ਤੁਸੀਂ L ਕੱਢਣਾ ਹੈ। ਤੁਸੀਂ ਕੀ ਕਰਨਾ ਦੇਖੋ ਰੂਟ ਦੇ ਵਿੱਚ ਵੈਲਿਊ ਰੱਖੀ 10 ਦਾ ਸਕੁਅਰ ਕਰਤਾ ਪਲੱਸ r 12 ਇਸ ਦੀ ਵੈਲਿਊ ਭਰਤੀ, ਠੀਕ ਹੈ ਜੀ। 10 ਦਾ ਸਕੁਅਰ 100, 10 ਦਾ ਸਕੁਅਰ ਮਤਲਬ ਕੀ ਹੁੰਦਾ 10 ਨੂੰ 10 ਨਾਲ ਹੀ ਮਲਟੀਪਲਾਈ ਕਰਨਾ 100 ਆ ਜਾਏਗਾ, ਪਲੱਸ 12 ਨੂੰ 12 ਨਾਲ ਮਲਟੀਪਲਾਈ ਕੀਤਾ ਤਾਂ ਆ ਗਿਆ ਆਂਸਰ ਕੋਲ 144। 144 ਨੂੰ 100 ਵਿੱਚ ਪਲੱਸ ਕੀਤਾ ਤਾਂ ਆਂਸਰ ਆ ਜਾਏਗਾ ਸਾਡੇ ਕੋਲ 244। ਹੁਣ ਦੇਖੋ ਸਟੂਡੈਂਟ ਇਸ 244 ਦਾ ਰੂਟ ਕਿਵੇਂ ਕੱਢਣਾ ਹੈ, ਇਸ ਨੂੰ ਸਮਝਣ ਦੇ ਲਈ ਤੁਸੀਂ ਮੇਰੀ ਵੀਡੀਓ ਨੂੰ ਦੇਖ ਸਕਦੇ ਹੋ, ਜਿਸ ਦਾ ਲਿੰਕ ਜਿਹੜਾ ਮੈਂ ਉੱਪਰ ਆਈ ਬਟਨ ਤੇ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਵਾਟ ਇਜ਼ ਦਾ ਕੈਰਿੰਗ ਕੈਪੈਸਿਟੀ ਆਫ ਅ ਸੋਲਿਡ ਆਬਜੈਕਟ। ਸੋਲਿਡ ਆਬਜੈਕਟ ਦੀ ਜਿਹੜੀ ਕੈਪੈਸਿਟੀ ਨੂੰ ਜਦੋਂ ਅਸੀਂ ਦੇਖਣਾ ਹੋਵੇ ਤਾਂ ਉਸ ਨੂੰ ਕਿਵੇਂ ਦੇਖਦੇ ਹਾਂ, ਉਸ ਦਾ ਆਂਸਰ ਹੈ ਜੀ ਆਪਣੇ ਕੋਲ ਵੋਲੀਅਮ। ਵਾਟ ਇਜ਼ ਦਾ ਮਿਨੀਮਮ ਇੰਟਰਵਲ। ਮਿਨੀਮਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਇਹਨਾਂ ਦੋਨਾਂ ਵਿੱਚੋਂ ਮਿਨੀਮਮ ਵੈਲਿਊ ਕਿਸ ਦੀ ਹੈ 35। लो जी पार्ट बी करते हैं ਹੁਣ ਸਟਾਰਟ। साला ये दुख का खत्म नहीं होता बे। ਪਾਰਟ ਬੀ ਦਾ ਦੇਖੋ ਫਸਟ ਕੁਐਸਚਨ ਹੈ ਜੀ ਆਪਣੇ ਕੋਲ ਪਲਾਟ ਅ ਪੁਆਇੰਟ ਔਨ ਅ ਕਾਰਟੇਸੀਅਨ ਪਲਾਨ। ਇਸ ਦੇ ਵਿੱਚੋਂ ਕਹਿੰਦਾ ਪੁਆਇੰਟ ਜਿਹੜੇ ਨੇ ਮੈਂ ਤੁਹਾਨੂੰ ਦਿੱਤੇ ਹੋਏ ਨੇ ਇਹ ਡਰਾ ਕਰੋ। ਡਰਾ ਕਰਨ ਤੋਂ ਪਹਿਲਾਂ ਦੇਖੋ ਤੁਸੀਂ ਇਸ ਗੱਲ ਨੂੰ ਸਮਝ ਲਓ, ਮੈਂ ਤੁਹਾਨੂੰ ਪਹਿਲਾਂ ਵੀ ਇਸ ਕੁਐਸਚਨ ਬਾਰੇ ਡਿਸਕਸ ਕੀਤਾ ਸੀਗਾ ਉੱਪਰ। ਦੇਖੋ ਜਿਹੜੀ ਪਹਿਲੀ ਵੈਲਿਊ ਹੁੰਦੀ ਹੈ ਇਹ ਹਮੇਸ਼ਾ x ਦੀ ਹੁੰਦੀ ਹੈ ਐਂਡ ਜਿਹੜੀ ਸੈਕੰਡ ਵੈਲਿਊ ਹੁੰਦੀ ਹੈ ਹਮੇਸ਼ਾ y ਦੀ ਹੁੰਦੀ ਹੈ। ਦੇਖੋ ਇਹ x ਵਾਲੀ ਲਾਈਨ ਹੈ ਜਿਸ ਨੂੰ ਅਸੀਂ ਹੋਰੀਜ਼ੋਨਟਲ ਲਾਈਨ ਵੀ ਕਹਿੰਦੇ ਆ, ਇਹ y ਵਾਲੀ ਲਾਈਨ ਹੈ ਜਿਸ ਨੂੰ ਅਸੀਂ ਵਰਟੀਕਲ ਲਾਈਨ ਵੀ ਕਹਿੰਦੇ ਆ, ਠੀਕ ਹੈ ਜੀ। ਹੁਣ ਅਸੀਂ ਇੱਥੇ ਡਰਾ ਕਰਨਾ 5 ਐਂਡ 0 ਦੇਖਣੇ ਪੁਆਇੰਟ। ਦੇਖੋ ਇਹ 5 ਜਿਹੜਾ x ਦਾ ਤਾਂ ਇਹ x ਦੀ ਲਾਈਨ ਦੇ ਉੱਪਰ ਹੀ ਇਸ ਨੂੰ ਅਸੀਂ ਪੁਆਇੰਟ ਲਗਾ ਦੇਣਾ, ਦੇਖੋ ਐਵੇਂ ਕਰਕੇ। ਔਰ ਜਿਹੜਾ y ਹੈ ਉਹ 0 ਹੈ, ਦੇਖੋ 0 ਹਮੇਸ਼ਾ 0 ਹੀ ਤੇ ਰਹੇਗਾ, ਇਹ ਸੈਂਟਰ ਦੇ ਵਿੱਚ 0 ਪੁਆਇੰਟ ਰਹਿੰਦਾ, ਇਸ ਤੇ ਵੀ ਅਸੀਂ ਪੁਆਇੰਟ ਲਗਾ ਦੇਣਾ। ਦੇਖੋ ਇਸ ਦੇ ਉੱਪਰ ਅਸੀਂ ਲਾਈਨ ਇਸ ਤਰ੍ਹਾਂ ਨਹੀਂ ਖਿੱਚ ਸਕਦੇ ਪਹਿਲੇ ਕਿਉਂਕਿ ਲਾਈਨ ਵੱਜੀ ਹੋਈ ਆ, ਪਰ ਇੱਥੇ ਅਸੀਂ ਪੁਆਇੰਟ ਦੇ ਨਾਮ ਜ਼ਰੂਰ ਦੇ ਦੇਣੇ ਆ 5,0 ਕਿ ਅਸੀਂ ਇਹ ਜਿਹੜਾ ਪੁਆਇੰਟ ਆ ਅਸੀਂ ਪਲਾਟ ਕਰਤਾ ਸੀ, ਇਸ ਨੂੰ ਅਸੀਂ ਕਹਿ ਦਿੰਦੇ ਆ ਪਲਾਟ ਕਰਨਾ। ਸੈਕਿੰਡ ਆਪਣੇ ਕੋਲ ਦੇਖੋ -3 ਐਂਡ -5। ਹੁਣ ਦੇਖੋ ਜਿਹੜੀ ਪਹਿਲੀ ਵੈਲਿਊ ਮੈਂ ਪਹਿਲਾਂ ਵੀ ਦੱਸਿਆ ਸੀ ਕਿਸ ਦੀ ਹੁੰਦੀ ਹੈ ਜੀ x ਦੀ। x ਦੇ ਉੱਪਰ ਜਿਹੜਾ -3 ਹੈ ਉੱਥੇ ਅਸੀਂ ਪੁਆਇੰਟ ਲਗਾ ਲੈਣਾ ਐਂਡ y ਦਾ -5 ਦੇਖੋ ਇਹ ਨੀਚੇ ਹੈ, ਠੀਕ ਹੈ ਜੀ। ਹੁਣ ਤੁਸੀਂ ਕੀ ਕਰਨਾ ਇੱਥੋਂ ਹੀ ਡਰਾ ਕਰਦੇ ਆਣਾ ਲਾਈਨ ਇਸ ਤਰੀਕੇ ਨਾਲ ਔਰ ਇਸ ਤਰੀਕੇ ਨਾਲ ਇਸ ਨੂੰ ਆ -5 ਦੇ ਨਾਲ ਜੋੜ ਦੇਣਾ ਔਰ ਇਸ ਕਾਰਨਰ ਤੇ ਅਸੀਂ ਪੁਆਇੰਟ ਲਿਖਣਾ -3
-5, ठीक है जी। इस तरीके ਨਾਲ ਤੁਸੀਂ ਇੱਥੇ ਪੁਆਇੰਟ ਲਗਾਉਣਾ। ਨੈਕਸਟ ਆਪਣੇ ਕੋਲ 5 -3 5x ਦਾ, ਠੀਕ ਹੈ ਜੀ, 5x ਦਾ ਹੋ ਗਿਆ, ਫਿਰ ਦੁਬਾਰਾ ਉੱਥੇ ਆ ਗਿਆ ਐਂਡ -3 ਹੁਣ -3y ਦਾ ਕਿੱਥੇ ਗਿਆ ਜੀ, ਦੇਖੋ ਨੀਚੇ ਗਿਆ, ਠੀਕ ਹੈ ਜੀ। ਇਹ ਇੱਥੇ -3 ਆ ਆਪਣੇ ਕੋਲ। ਇੱਥੋਂ ਦੇਖੋ ਤੁਸੀਂ ਐਵੇਂ ਡਰਾ ਕਰਦੇ ਹੋਣਾ, ਡਰਾ ਕਰਨ ਤੋਂ ਬਾਅਦ ਇਸ ਸਾਈਡ ਨੂੰ ਵੀ ਤੁਸੀਂ ਇਸ ਲਾਈਨ ਨਾਲ ਮਿਲਾ ਦੇਣਾ ਔਰ ਇਸ ਕਾਰਨਰ ਤੇ ਅਸੀਂ ਪੁਆਇੰਟ ਲਿਖ ਦੇਣਾ 5 -3। ਬਹੁਤ ਹੀ ਦੇਖੋ ਈਜ਼ੀ ਕੁਐਸਚਨ ਹੈ ਸਟੂਡੈਂਟ। ਐਂਡ 6 1 ਹੁਣ ਦੇਖੋ 6 ਜਿਹੜਾ x ਦਾ, x ਤੇ ਅਸੀਂ ਪੁਆਇੰਟ ਲਗਾ ਲਿਆ, 1 y ਦਾ, ਦੇਖੋ ਜੀ 1 ਤੇ ਅਸੀਂ ਪੁਆਇੰਟ ਲਗਾ ਲਿਆ। ਇੱਥੋਂ ਤੁਸੀਂ ਡਰਾ ਕਰਦੇ ਜਾਓ, ਠੀਕ ਹੈ ਜੀ, ਔਰ ਇੱਥੋਂ ਤੁਸੀਂ ਇਸ ਨੂੰ 6 ਨਾਲ ਮਿਲਾ ਦਿਓ ਤਾਂ ਇੱਥੇ ਪੁਆਇੰਟ ਕੀ ਬਣ ਗਿਆ ਆਪਣੇ ਕੋਲ 6 1। देखो सिंपल क्वेश्चन खत्म हो गया। नेक्स्ट क्वेश्चन है देखो प्लाट अ पॉइंट ऑन कर्सन प्लान। पॉइंट जेड ने प्लाट करने के लिए किया है, देखो तुसी पहला सीख गए होंगे। क्या बोला तूने? फिर दोबारा मैं तुहानू इस क्वेश्चन को भी सॉल्व कर देना। देखो -2 4 -2x दी वैल्यू 4y दी वैल्यू, x दी लाइन ते चले जाओ, देखो -2 ये -2 ਦਾ पॉइंट है जी, y ਦਾ 4 ਇਹ y ਦਾ 4 ਹੈ ਜੀ। ਇੱਥੋਂ ਤੁਸੀਂ ਡਰਾ ਕਰਦੇ ਆਉਣਾ ਇਸ ਤਰੀਕੇ ਦੇ ਨਾਲ ਔਰ ਇਸ ਨੂੰ ਤੁਸੀਂ 2 ਦੇ ਨਾਲ ਮਿਲਾ ਦੇਣਾ। ਇੱਥੇ ਅਸੀਂ ਪੁਆਇੰਟ ਕਾਰਨਰ ਤੇ ਲਿਖਣੇ ਹਮੇਸ਼ਾ, ਇਹ ਤੁਸੀਂ ਯਾਦ ਰੱਖਣਾ। ਕਈ ਸਟੂਡੈਂਟ ਇੱਥੇ ਅੱਗੇ ਪਿੱਛੇ ਲਿਖ ਦਿੰਦੇ ਨੇ, ਪਰ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਪੁਆਇੰਟ ਦੀ ਇਸ ਕਾਰਨਰ ਤੇ ਰੱਖੋ, ਠੀਕ ਹੈ, ਤਾਂ ਜੋ ਦੇਖਣ ਨੂੰ ਵੀ ਸੋਹਣਾ ਲੱਗੇ ਔਰ ਟੀਚਰ ਨੂੰ ਸਮਝ ਆਵੇ। 3 1 ਨੈਕਸਟ ਆਪਣੇ ਕੋਲ ਹੈ ਜੀ 3 1 3x ਦਾ, देखो जी 3x ਤੇ ਲਗਾਤਾ ਸੀ, -1y ਦਾ, ਇਹ ਨੀਚੇ -1y ਤੇ ਆ ਗਏ। ਇਸ ਨੂੰ ਤੁਸੀਂ ਇਸ ਤਰ੍ਹਾਂ ਡਰਾ ਕਰ ਦੇਣਾ ਔਰ ਇਸ ਕਾਰਨਰ ਤੇ ਪੁਆਇੰਟ ਲਿਖ ਦੇਣਾ 3 -1, ਠੀਕ ਹੈ ਜੀ। ਨੈਕਸਟ ਆਪਣੇ ਕੋਲ ਹੈ -1 0 -1 ਦੇਖੋ x ਦਾ, ਇਹ ਹੈ ਜੀ -1x ਦਾ 0, ਫਿਰ ਇੱਥੇ ਔਰ ਇਸ ਤਰੀਕੇ ਨਾਲ ਤੁਸੀਂ ਇੱਥੇ ਪਰ ਪੁਆਇੰਟ ਇੱਥੇ ਲਗਾ ਕੇ ਤੁਸੀਂ ਇੱਥੇ ਨੰਬਰ ਜ਼ਰੂਰ ਲਿਖ ਦੇਣੇ। ਦੇਖੋ ਲਾਈਨ ਦੇ ਉੱਪਰ ਲਾਈਨ ਨਹੀਂ ਵੱਜਦੀ, ਪਰ ਤੁਸੀਂ ਨੰਬਰ ਜ਼ਰੂਰ ਉੱਥੇ ਮੈਂਸ਼ਨ ਕਰਨੇ। 1 एंड 2 1 देखो ये वाला x ਦਾ और y ਦਾ 2, ठीक है जी, ये y ਦਾ 2 है, ਇਸ ਨੂੰ ਤੁਸੀਂ ਇੱਥੇ ਡਰਾ ਕਰ ਦੇਣਾ। ਇੱਥੇ ਤੁਸੀਂ ਲਿਖ ਦੇਣਾ 1 2 एंड -3 -5 -3 ਦੇਖੋ x ਦਾ, ਠੀਕ ਹੈ ਜੀ, -5 y ਦਾ, ਇਹ ਰਿਹਾ ਪੁਆਇੰਟ। ਇਸ ਨੂੰ ਤੁਸੀਂ ਇਸ ਤਰੀਕੇ ਨਾਲ ਡਰਾ ਕਰ ਲੈਣਾ, ਇੱਥੇ ਮਿਲਾ ਦੇਣਾ ਔਰ ਇੱਥੇ ਅਸੀਂ ਪੁਆਇੰਟ ਲਿਖ ਦੇਣੇ। थर्ड क्वेश्चन है जी अपने सामने, फाइंड द वैल्यू ऑफ k if x is equal to 2 y is equal to 1 is a solution of the equation 2x plus 3y is equal to k। देखो बहुत ही ज्यादा सिंपल क्वेश्चन है। इक्वेशन दी हुई है, देखो उसने सानू 2x plus 3y is equal to k, ठीक है जी। देखो स्टूडेंट तुसी ना बिल्कुल एक गल चंगी तरह दिमाग दे विच बिठा लो, जे उसने किया ना देखो x दी 2 y दी 1, इसका मतलब की होया भी जिथे x है उत्थे तुसी 2 लगा दो। हुण कई स्टूडेंट नूं ये गल समझ नहीं आउंदी कि x की जगह ते 2 किस तरह लगा दिए जी। देखो जिथे उन्हें x लिखिया है तुसी सिंपल 2 लगा दो। अच्छा हमको सिखा रिया है। देखो आ हुण x ਦਾ इथों ये ਜਿਹੜਾ 2 है ਉਹਨੂੰ ਐਜ਼ ਇਟ ਇਜ਼ ਰੱਖਣਾ ਹੈ। ਜਿੱਥੇ x ਆ ਗਿਆ ਉੱਥੇ ਤੁਸੀਂ 2 ਲਗਾ ਦਿਓ, ਬਸ ਉਹਨੇ ਇਕੱਠੇ ਨਹੀਂ ਲਿਖ ਸਕਦੇ, ਇਸ ਨੂੰ ਤੁਸੀਂ ਬ੍ਰੈਕਟ 'ਚ ਬੰਦ ਕਰ ਦਿਓ। ਪਲੱਸ 3 ਐਜ਼ ਇਟ ਇਜ਼ ਰਹੂਗਾ, ਫਿਰ ਉਹ ਕਹਿੰਦਾ y ਦੀ ਜਗ੍ਹਾ ਤੇ 1 ਲਗਾ ਦਿਓ, ਆਪਾਂ y ਦੀ ਜਗ੍ਹਾ ਤੇ 1 ਲਗਾਤਾ ਇਜ਼ ਇਕੁਅਲ ਟੂ k, ਬਾਕੀ ਸਾਰਾ ਕੁਝ ਸੇਮ ਲਿਖ ਦੇਣਾ। ਇਸ ਨੂੰ ਹੁਣ ਅਸੀਂ ਮਲਟੀਪਲਾਈ ਕਰ ਦੇਣਾ। ਦੇਖੋ 2 2 ਦਾ 4 3 1 ਦਾ 3 ਇਜ਼ ਇਕੁਅਲ ਟੂ k, 4 + 3 ਕੀ ਹੋ ਗਿਆ ਆਨਸਰ 7 इज इक्वल टू k, यानी k की साडे कोल वैल्यू आ गई जी 7। क्वेश्चन सॉल्व हो गया। फोर्थ क्वेश्चन है जी अपने कोल, शो ग्राफ इक्वेशन x + y इज इक्वल टू 4। इसनों तुसी देखो इस इक्वेशन ਨੂੰ ग्राफ ਤੇ ਤੁਸੀਂ ਸ਼ੋ ਕਰਨਾ ਹੈ। देखो इस क्वेश्चन ਨੂੰ ਸੋਲਵ ਕਰਨ ਤੋਂ ਪਹਿਲਾਂ ਇਸ ਤਰੀਕੇ ਦਾ ਤੁਸੀਂ ਇੱਕ ਬਾਕਸ ਬਣਾ ਲਓ, ਠੀਕ ਹੈ ਜੀ। ਬਹੁਤ ਹੀ ਸਿੰਪਲ ਕੁਐਸਚਨ ਇਹ ਵਾਲੇ, x y ਇਹ ਇਕੁਏਸ਼ਨ ਲਿਖ ਲਈ, x + y = 4 ਲੈਟ x = 0। इसका मतलब ਕੀ ਹੋਇਆ ਕਿ ਜਿੱਥੇ x ਆ ਉੱਥੇ ਤੁਸੀਂ 0 ਪੁੱਟ ਕਰਨੀ ਹੈ। 0 + y = 4 y = 4, ठीक है जी। ਇਹ ਅਸੀਂ y ਦੀ ਵੈਲਿਊ ਬਣਾਤੀ, y = 4। देखो ਹੁਣ ਇਸ ਬਾਕਸ ਦੇ ਵਿੱਚ ਜਾਣਾ, y = 4, x ਅਸੀਂ ਕੀ ਲਿਆ ਸੀਗਾ 0, ਤਾਂ x ਦੀ ਸਾਹਮਣੇ ਤੇ 0 ਪੁੱਟ ਕਰ ਦੇਣਾ। ਨੈਕਸਟ ਦੇਖੋ x ਦੀ ਜਗ੍ਹਾ ਤੇ 0 ਲੈ ਲਓ, ਇਕੁਏਸ਼ਨ ਇਹੀ ਰਹੇਗੀ x + y = 4
x ਦੀ ਜਗ੍ਹਾ ਲੈਟ y ਇਜ਼ ਇਕੁਅਲ ਟੂ 0। ਹੁਣ ਅਸੀਂ ਇਹ ਮੰਨ ਲਓ ਵੀ ਜਿਹੜਾ y ਆ ਉੱਥੇ 0 ਪੁੱਟ ਕਰਨਾ ਹੈ। x ਪਲੱਸ y ਦੀ ਜਗ੍ਹਾ ਤੇ 0 ਇਜ਼ ਇਕੁਅਲ ਟੂ 4। ਹੁਣ x ਇਜ਼ ਇਕੁਅਲ ਟੂ 4, x ਦੀ ਵੈਲਿਊ ਸਾਡੇ ਕੋਲ 4 ਬਣ ਗਈ, y ਦੀ ਵੈਲਿਊ ਅਸੀਂ ਲੈਟ ਕਰ ਲਈ ਸੀ 0। ਦੇਖੋ ਹੁਣ ਇੱਥੇ ਬਾਕਸ ਦੇ ਵਿੱਚ ਜਾਣਾ, y ਦੀ ਜਗ੍ਹਾ ਤੇ 0, x ਦੀ ਜਗ੍ਹਾ ਤੇ 4 ਪੁੱਟ ਕਰ ਦਿਓ। रुको जरा सबर करो। ਹੁਣ ਇਸ ਨੂੰ ਤੁਸੀਂ ਗ੍ਰਾਫ ਦੇ ਵਿੱਚ ਬਣਾਉਣਾ ਹੈ ਤਾਂ ਬਹੁਤ ਹੀ ਸਿੰਪਲ ਹੈ। ਦੇਖੋ ਮੈਂ ਇੱਕ ਰਫਲੀ ਜਿਹਾ ਗ੍ਰਾਫ ਬਣਾ ਲਿਆ ਤੁਹਾਡੇ ਸਾਹਮਣੇ। x ਦੀ ਵੈਲਿਊ ਆਪਣੇ ਕੋਲ ਦੇਖੋ 0, ਇਹ 0 ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੈਂਟਰ 'ਚ ਹੁੰਦਾ ਹੈ, ਇੱਥੇ ਅਸੀਂ ਪੁਆਇੰਟ ਲਗਾ ਲਿਆ। y ਦੀ ਵੈਲਿਊ 4, ਦੇਖੋ y ਕਿੱਥੇ ਆ 4 ਹੈ ਇੱਥੇ ਉੱਪਰ, y ਦੀ ਅਸੀਂ 4 ਤੇ ਲਗਾ ਲਿਆ। x ਦੀ ਵੈਲਿਊ 4, x ਦੀ ਵੈਲਿਊ ਦੇਖੋ ਫਿਰ ਅਸੀਂ ਗਏ 4 ਤੇ, ਐਂਡ y ਦੀ ਵੈਲਿਊ 0, ਦੇਖੋ 0 ਤੇ ਫਿਰ 0 ਹੀ ਹੈ। ਹੁਣ ਤੁਸੀਂ ਕੀ ਕਰਨਾ, ਇਹਨਾਂ ਪੁਆਇੰਟ ਨੂੰ ਤੁਸੀਂ ਆਪਸ ਦੇ ਵਿੱਚ ਕ੍ਰੋਸ ਕਰਵਾ ਦੇਣਾ, ਠੀਕ ਹੈ ਜੀ। ਔਰ ਇਸ ਪੁਆਇੰਟ ਦੇ ਉੱਪਰ ਹੀ ਇਕੁਏਸ਼ਨ ਲਿਖ ਦੇਣੀ ਹੈ ਜਿਹੜੀ ਅਸੀਂ ਸੋਲਵ ਕੀਤੀ, x + y = 4। ਦੇਖੋ ਇਹ ਗ੍ਰਾਫ ਬਣ ਗਿਆ ਐਂਡ ਇਕੁਏਸ਼ਨ ਜਿਹੜੀ ਆ ਉਹ ਗ੍ਰਾਫ ਦੇ ਉੱਪਰ ਸ਼ੋ ਹੋਊਗੀ, ਠੀਕ ਹੈ ਜੀ। 5th ਕੁਐਸਚਨ ਹੈ ਜੀ ਆਪਣੇ ਕੋਲ, ਦਾ ਐਂਗਲ ਆਫ ਕੁਆਡਰੀਲੇਟਰ ਆਰ ਇਨ ਦਾ ਰੇਸ਼ੋ 3:5:9:13। ਫਾਈਂਡ ਆਲ ਦਾ ਐਂਗਲ ਆਫ ਦਾ ਕੁਆਡਰੀਲੇਟਰ। ਦੇਖੋ ਇਹ ਵੀ ਬਹੁਤ, ਜਦੋਂ ਰੇਸ਼ੋ ਵਾਲਾ ਤੁਹਾਨੂੰ ਕੋਈ ਕੁਐਸਚਨ ਆ ਜੇ ਨਾ, ਬਸ ਤੁਸੀਂ ਇਹ ਸਮਝ ਲੈਣਾ ਕਿ ਜਿਹੜੀ ਵੀ ਰੇਸ਼ੋ ਨੇ ਤੁਹਾਨੂੰ ਵੈਲਿਊ ਦਿੱਤੀ ਹੈ ਤੁਸੀਂ ਉਹਦੇ ਨਾਲ x ਲਗਾ ਦੇਣਾ ਬਸ। ਦੇਖੋ ਜਿਵੇਂ ਅਸੀਂ let ratio is equal to x, therefore 3x, 5x, 9x, 13x, ਠੀਕ ਹੈ ਜੀ। ਹੁਣ ਸਾਰੇ ਨਾਲ ਦੇਖੋ x ਲਗਾ ਲਿਆ। ਹੁਣ ਅਸੀਂ ਕੀ ਕਰਨਾ ਹੈ, find all the angle of quadrilateral। ਕੁਆਡਰੀਲੇਟਰ ਦੇ ਐਂਗਲ ਦਾ ਸਮ ਕਿੰਨਾ ਹੁੰਦਾ ਸਾਡੇ ਕੋਲ 360 ਡਿਗਰੀ, ਠੀਕ ਹੈ ਜੀ। ਹੁਣ ਇਸ ਨੂੰ ਅਸੀਂ ਪਲੱਸ ਕਰ ਦੇਣਾ, ਦੇਖੋ 3x + 5x + 9x + 13x = 360 ਡਿਗਰੀ, ਠੀਕ ਹੈ ਜੀ। ਇਹਨਾਂ ਨੂੰ ਅਸੀਂ ਪਲੱਸ ਕਰ ਲੈਣਾ, ਪਲੱਸ ਕਰਕੇ ਸਾਡੇ ਕੋਲ ਆਨਸਰ ਆ ਜਾਏਗਾ 5 and 3 5 8 8 9 17 17 और 13 30x = 360। ਦੇਖੋ ਜਦੋਂ x ਦੀ ਵੈਲਿਊ ਕੱਢਣੀ ਹੋਈ ਇਹਦੇ ਵਿੱਚ ਕੋਈ ਸਾਈਨ ਨਹੀਂ, x ਇੱਥੇ ਹੀ ਰਹੇਗਾ, 360 ਆਪਣੀ ਜਗ੍ਹਾ ਤੇ, ਔਰ ਇਹ ਜਿਹੜਾ 30 ਹੈ ਇਹ ਨੀਚੇ ਚਲੇ ਜਾਏਗਾ, ਇੱਥੇ ਡਿਵਾਈਡ ਹੋ ਜਾਏਗਾ, 0 ਨਾਲ 0 ਕਟਿੰਗ ਹੋ ਗਈ, 3 ਨੂੰ 36 ਨਾਲ ਕਟਿੰਗ ਕੀਤਾ, ਆਨਸਰ ਆ ਗਿਆ ਸਾਡੇ ਕੋਲ 12। ਹੁਣ ਸਟੂਡੈਂਟ ਦੇਖੋ ਇੱਥੇ ਕੁਐਸਚਨ ਖਤਮ ਨਹੀਂ ਹੋਇਆ, ओह यार, ਸਿਰਫ ਇੱਥੇ ਸਾਡੇ ਕੋਲ x ਦੀ ਵੈਲਿਊ ਆਈ ਹੈ। ਹੁਣ ਸਿੰਪਲ ਕੀ ਕਰਨਾ, ਦੇਖੋ ਫਸਟ ਐਂਗਲ = 3x, ਇਸ ਨੂੰ ਅਸੀਂ 3x ਲਿਆ ਸੀ ਤਾਂ x ਦੀ ਜਗ੍ਹਾ ਤੇ ਅਸੀਂ ਕੀ ਕਰਨਾ 12 ਰੱਖ ਦੇਣਾ, ਔਰ ਇਹ ਜਿਹੜਾ ਦੋਨਾਂ ਵਿੱਚ ਕੋਈ ਸਾਈਨ ਨਹੀਂ ਤਾਂ ਹਮੇਸ਼ਾ ਅਸੀਂ ਕੀ ਕਰਦੇ ਹਾਂ ਮਲਟੀਪਲਾਈ ਲਗਾਉਂਦੇ ਹਾਂ, ਆਨਸਰ ਆ ਜਾਏਗਾ ਸਾਡੇ ਕੋਲ 36 ਡਿਗਰੀ, ਠੀਕ ਹੈ ਜੀ। ਇਸੇ ਤਰੀਕੇ ਨਾਲ ਅਸੀਂ ਦੇਖੋ 5x ਰੱਖ ਲੈਣਾ, 5 × 12, ਆਨਸਰ ਆ ਜਾਏਗਾ ਸਾਡੇ ਕੋਲ 60 ਡਿਗਰੀ। 9x = 9 × 12, ਦੇਖੋ ਸਾਰਿਆਂ ਨੇ x ਲੱਗਿਆ, x ਦੀ ਵੈਲਿਊ ਸਾਡੇ ਕੋਲ 12 ਹੈ, ਬਸ ਤੁਸੀਂ x ਦੀ ਜਗ੍ਹਾ ਤੇ 12 ਰੱਖ ਕੇ ਮਲਟੀਪਲਾਈ ਕਰੀ ਜਾਣਾ, 108 ਡਿਗਰੀ। 13x = 13 × 12 ਆਨਸਰ ਆ ਜਾਏਗਾ ਸਾਡੇ ਕੋਲ 156 ਡਿਗਰੀ। 6th ਕੁਐਸਚਨ ਹੈ ਸਾਡੇ ਸਾਹਮਣੇ, ਪ੍ਰੂਵ ਦੈਟ ਦਾ ਡਾਇਗੋਨਲ ਆਫ ਅ ਪੈਰਲਲੋਗ੍ਰਾਮ divides it into two congruent triangle। ਕਹਿੰਦਾ ਪ੍ਰੂਵ ਕਰੋ ਕਿ ਜਿਹੜੇ ਪੈਰਲਲੋਗ੍ਰਾਮ ਦੇ ਡਾਇਗੋਨਲ ਨੇ ਉਹ ਡਿਵਾਈਡ ਕਰਦੇ ਨੇ ਇਸ ਨੂੰ ਟੂ congruent triangle ਦੇ ਵਿੱਚ। ਦੇਖੋ ਇਹ ਪੈਰਲਲੋਗ੍ਰਾਮ ਦਾ ਡਾਇਗੋਨਲ ਹੈ ਸੈਂਟਰ ਦੇ ਵਿੱਚ, ਦੇਖੋ ਇਸ ਡਾਇਗੋਨਲ ਦੇ ਨਾਲ ਆਪਣੇ ਕੋਲ ਇਹ ਪਿਕਚਰ ਕੀ ਹੋਗੀ, ਦੋ ਟ੍ਰਾਇੰਗਲ ਦੇ ਵਿੱਚ ਡਿਵਾਈਡ ਹੋਗੀ। ਹੁਣ ਜਿਹੜੇ ਦੋ ਟ੍ਰਾਇੰਗਲ ਬਣ ਕੇ ਆਉਂਦੇ ਨੇ ਇਸ ਨੂੰ ਅਸੀਂ ਪ੍ਰੂਵ ਕਰਨਾ ਹੈ ਕਿ ਇਹ congruent ਹੈ। ਦੇਖੋ ਪਹਿਲਾਂ ਅਸੀਂ ਲਿਖਾਂਗੇ ਗਿਵਨ ਸਾਡੇ ਕੋਲ ਕੀ ਹੈ, AD ਪੈਰਲਲ BC, ਦੇਖੋ ਜਿਹੜੀ AD ਵਾਲੀ ਲਾਈਨ ਹੈ ਐਂਡ BC ਵਾਲੀ ਲਾਈਨ ਹੈ, ਠੀਕ ਹੈ। ਇਹ ਦੋਨੋਂ ਲਾਈਨ ਜਿਹੜੀਆਂ ਕੀ ਹੈ ਪੈਰਲਲ, ਠੀਕ ਹੈ ਜੀ। ਐਂਡ AD ਐਂਡ BC ਇਕੁਅਲ ਵੀ ਨੇ, ਇਹ ਸਾਈਡ ਜਿਹੜੀਆਂ ਇਕੁਅਲ ਵੀ ਹੈਗੀਆਂ ਸਾਡੇ ਕੋਲ। ਸੈਕੰਡ ਸਟੈਪ ਦੇ ਵਿੱਚ ਦੇਖੋ AB ਪੈਰਲਲ DC, ਠੀਕ ਹੈ, AB ਦੇ ਪੈਰਲਲ DC ਹੈ, ਐਂਡ ਹੋਰ ਕੀ ਹੈ ਸਾਡੇ ਕੋਲ AB ਇਕੁਅਲ DC, AB ਦੇ ਇਕੁਅਲ ਵੀ DC ਹੈ। ਤਾਂ ਅਸੀਂ ਅੱਗੇ ਲਿਖਾਂਗੇ ਟੂ ਪ੍ਰੂਵ ਟ੍ਰਾਇੰਗਲ ADB congruent, ਇਹ congruent ਦਾ ਸਾਈਨ ਹੈ ਜੀ, ਟ੍ਰਾਇੰਗਲ CBD, ਇਹ ਅਸੀਂ ਪ੍ਰੂਫ ਕਰਨਾ ਹੈ ਕਿ ਟ੍ਰਾਇੰਗਲ ADB congruent ਹੁੰਦਾ ਟ੍ਰਾਇੰਗਲ CBD ਦੇ। ਹੁਣ ਅਸੀਂ ਪ੍ਰੂਫ ਕਰਾਂਗੇ ਨੈਕਸਟ, ਐਂਗਲ DBC ਇਕੁਅਲ ਐਂਗਲ BDA। ਦੇਖੋ ਇਹ ਜਿਹੜਾ ਐਂਗਲ ਆ ਸਾਡੇ ਕੋਲ DBC, DB ਐਂਡ C ਇਕੁਅਲ ਹੈ ਕਿਸ ਦੇ, BDA ਦੇ, BDA ਦੇ, ਠੀਕ ਹੈ ਜੀ। ਹੁਣ ਸਾਡੇ ਕੋਲ ਕੀ ਬਣ ਗਿਆ, ਇੱਕ Z ਦੀ ਸ਼ੇਪ ਬਣ ਗਈ। ਦੇਖੋ ਜਦੋਂ Z ਦੀ ਸ਼ੇਪ ਬਣ ਜਾਂਦੀ ਹੈ ਇਸ ਨੂੰ ਤੁਸੀਂ ਯਾਦ ਰੱਖਣਾ, ਇੱਕ ਇਹ ਵਾਲਾ ਐਂਗਲ ਐਂਡ ਇੱਕ ਇਹ ਵਾਲਾ ਐਂਗਲ, ਇਹ ਜਿਹੜੇ ਦੋਨੋਂ ਐਂਗਲ ਹੁੰਦੇ ਆ ਫਿਰ ਇਹ ਇਕੁਅਲ ਹੋ ਜਾਂਦੇ ਆ। ਹੁਣ ਇਸੇ ਤਰ੍ਹਾਂ ਇਸ ਡਾਇਗਰਾਮ ਦੇ ਵਿੱਚ ਵੀ ਸਾਡੇ ਕੋਲ ਇਹੀ ਹੋਇਆ, ਠੀਕ ਹੈ।
ਪਰ ਇਹਦਾ ਅਸੀਂ ਰੀਜ਼ਨ ਦੇਾਂਗੇ ਅਲਟਰਨੇਟ ਇੰਟੀਰੀਅਰ ਐਂਗਲਸ। ਹੁਣ ਸੈਕਿੰਡ ਨੰਬਰ ਤੇ ABD ਇਕੁਅਲ ਹੋ ਗਿਆ ਸਾਡੇ ਕੋਲ ਐਂਗਲ BDC ਦੇ। ਸੋ ਇਸ ਦਾ ਵੀ ਅਸੀਂ ਰੀਜ਼ਨ ਦੇਣਾ ਸੇਮ ਅਲਟਰਨੇਟ ਇੰਟੀਰੀਅਰ ਐਂਗਲ। ਹੁਣ ਸਾਡੇ ਕੋਲ ਕਾਮਨ ਕੀ ਹੈ BD ਇਕੁਅਲ BD, ਇਹ ਕੀ ਹੈ ਸਾਡੇ ਕੋਲ ਕਾਮਨ ਦਾ ਮਤਲਬ ਕੀ ਹੈ ਕਿ ਜਿਹੜੀ ਇਹ ਸਾਡੇ ਕੋਲ ਸੈਂਟਰ ਵਾਲੀ ਲਾਈਨ ਜਿਹੜੀ BD ਹੈ ਇਹ ਦੋਨੋਂ ਟ੍ਰਾਇੰਗਲ ਦਾ ਬੇਸ ਬਣ ਰਹੀ ਹੈ। ਠੀਕ ਹੈ ਜੀ, ਦੇਅਰਫੋਰ ਟ੍ਰਾਇੰਗਲ ADB ਕੌਂਗਰੂਐਂਟ ਟ੍ਰਾਇੰਗਲ CBD। ਹੁਣ ਅਸੀਂ ਇਹ ਜਿਹੜਾ ਪ੍ਰੂਫ ਕਰਤਾ ਕਿ ਜਿਹੜੇ ਦੋ ਟ੍ਰਾਇੰਗਲ ਇਹ ਕੌਂਗਰੂਐਂਟ ਨੇ। ਪਾਰਟ C ਦੇ ਵਿੱਚ 7th ਕੁਐਸਚਨ ਹੈ ਸਾਡੇ ਕੋਲ। ਅ ਮੈਟਲ ਪਾਈਪ is 77 ਸੈਂਟੀਮੀਟਰ ਲੌਂਗ, 77 ਸੈਂਟੀਮੀਟਰ ਦੇਖੋ ਇਹ ਲੌਂਗ ਹੈ। ਇਨਰ ਡਾਇਆਮੀਟਰ of a cross section is 4 centimeter। ਦੇਖੋ ਜਿਹੜਾ ਇਨਰ ਡਾਇਆਮੀਟਰ ਹੈ ਇਹ ਵਾਲਾ, ਇਹ ਅੰਦਰ ਵਾਲਾ ਜਿਹੜਾ ਡਾਇਆਮੀਟਰ ਹੈ ਇਸ ਦਾ 4 ਸੈਂਟੀਮੀਟਰ ਹੈ। ਆਊਟਰ ਡਾਇਆਮੀਟਰ being 4.4 ਸੈਂਟੀਮੀਟਰ। ਆਊਟਰ ਮੀਨਸ ਆ ਵਾਲਾ, ਦੇਖੋ ਜਿਹੜਾ ਆਊਟਰ ਵਾਲਾ ਡਾਇਆਮੀਟਰ ਹੈ ਇਹ ਕਿੰਨਾ ਸਾਡੇ ਕੋਲ 4.4 ਸੈਂਟੀਮੀਟਰ। ਫਾਈਂਡ ਇਟਸ ਇਨਰ ਕਰਵਡ ਸਰਫੇਸ ਏਰੀਆ। ਕੁਐਸਚਨ ਸਟਾਰਟ ਕਰਦੇ ਹਾਂ ਜੀ। ਦੇਖੋ ਪਹਿਲਾਂ ਅਸੀਂ ਲਿਖਾਂਗੇ ਇਨਰ ਡਾਇਆਮੀਟਰ ਇਜ਼ ਇਕੁਅਲ ਟੂ 4 ਸੈਂਟੀਮੀਟਰ। ਰੇਡੀਅਸ ਕੱਢਣ ਲਈ ਇਸਦਾ ਫਾਰਮੂਲਾ ਹੁੰਦਾ d/2, d ਦੀ ਵੈਲਿਊ 4/2। ਇਸ ਨੂੰ ਕਟਿੰਗ ਕਰ ਦਾਂਗੇ, ਆਨਸਰ ਆ ਜਾਏਗਾ ਸਾਡੇ ਕੋਲ 2, ਯਾਨੀ ਰੇਡੀਅਸ ਆ ਗਿਆ 2 ਸੈਂਟੀਮੀਟਰ ਇਨਰ ਦਾ। ਹੁਣ ਅਸੀਂ ਕੱਟਾਂਗੇ ਆਊਟਰ d, ਆਊਟਰ d ਕਿੰਨਾ ਸਾਡੇ ਕੋਲ 4.4, ਆਊਟਰ r ਯਾਨੀ ਰੇਡੀਅਸ, ਇਸ ਨੂੰ ਵੀ ਅਸੀਂ 2 ਨਾਲ ਡਿਵਾਈਡ ਕਰ ਦਾਂਗੇ। ਦੇਖੋ ਪੁਆਇੰਟ ਨੂੰ ਭੁੱਲ ਜਾਓ, ਤੁਸੀਂ ਸਿੰਪਲ 44 ਨਾਲ ਕਟਿੰਗ ਕਰੋ, ਇਜ਼ੀ 22 ਆਏਗਾ। ਇੱਕ ਡਿਜਿਟ ਛੱਡ ਕੇ ਪੁਆਇੰਟ ਲੱਗਿਆ, ਤੁਸੀਂ ਆਨਸਰ ਦੇ ਵਿੱਚ ਵੀ ਇੱਕ ਡਿਜਿਟ ਛੱਡ ਕੇ ਪੁਆਇੰਟ ਲਗਾ ਦੇਣਾ। ਦੇਖੋ ਇਸ ਕੁਐਸਚਨ ਦੇ ਵਿੱਚ ਉਸਨੇ ਇਹ ਕਲੀਅਰ ਨਹੀਂ ਕੀਤਾ ਕਿ ਇਹ ਕਿਹੜੀ ਕਿਸ ਤਰ੍ਹਾਂ ਦੀ ਪਿਕਚਰ ਬਣੀ ਹੋਈ ਹੈ। ਉਹ ਸਾਨੂੰ ਇਹ ਦੱਸਦਾ ਹੈ ਪਾਈਪ ਹੈ, ਤੇ ਜਿਹੜੀ ਪਾਈਪ ਹੈ ਸਾਡੇ ਕੋਲ ਸਿਲੰਡਰ ਸ਼ੇਪ ਦੀ ਦਿੱਤੀ ਹੋਈ ਹੈ। ਸੋ ਅਸੀਂ ਇੱਥੇ ਫਾਰਮੂਲਾ ਲਗਾਵਾਂਗੇ ਇਨਰ CSA ਆਫ ਸਿਲੰਡਰ, ਜਿਸ ਦਾ ਫਾਰਮੂਲਾ ਹੁੰਦਾ ਸਾਡੇ ਕੋਲ 2πRh। ਬਸ ਇੱਥੇ ਦੀ ਵੈਲਿਊ ਪੜ ਦਾਂਗੇ, 2 ਮਲਟੀਪਲਾਈ ਪਾਈ ਦੀ ਵੈਲਿਊ 22.7। ਕੁਐਸਚਨ ਦੇ ਵਿੱਚ ਕੋਈ ਡਿਫਰੈਂਟ ਦਿੱਤੀ ਹੋਈ, ਦੇਖੋ ਕਈ ਵਾਰ ਦਿੱਤੀ ਹੁੰਦੀ ਹੈ 3.14, ਜੇ ਨਹੀਂ ਦਿੱਤੀ ਹੋਈ ਤਾਂ ਤੁਸੀਂ ਹਮੇਸ਼ਾ 22.7 ਹੀ ਪੁੱਟ ਕਰਨੀ ਹੈ। R ਦੀ ਵੈਲਿਊ 2, H ਦੀ ਵੈਲਿਊ 77। ਦੇਖੋ 7 ਨਾਲ 77 ਦੀ ਕਟਿੰਗ ਹੋ ਗਈ, 11 ਤੇ ਆ ਗਿਆ। ਹੁਣ 2 ਨੂੰ 22 ਨਾਲ ਮਲਟੀਪਲਾਈ ਕੀਤਾ ਤਾਂ 44, ਇਸ 2 ਨੂੰ 11 ਦੇ ਨਾਲ ਮਲਟੀਪਲਾਈ ਕੀਤਾ, ਆਨਸਰ ਆ ਗਿਆ 22। ਹੁਣ ਜਦੋਂ 44 ਨੂੰ 22 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆਨਸਰ ਆਏਗਾ 968 ਸੈਂਟੀਮੀਟਰ ਸਕੁਅਰ। ਨੈਕਸਟ ਅਸੀਂ ਕਰ ਦਾਂਗੇ ਆਊਟਰ CSA ਆਫ ਸਿਲੰਡਰ, ਉਸ ਦਾ ਵੀ ਸੇਮ ਫਾਰਮੂਲਾ 2πRh। ਇੱਥੇ ਤੁਸੀਂ ਧਿਆਨ ਰੱਖਣਾ ਵੱਡਾ R ਤੁਸੀਂ ਇੱਥੇ ਸ਼ੋ ਕਰਨਾ, ਇੱਥੇ ਉੱਪਰ ਵੀ ਅਸੀਂ ਵੱਡਾ R ਲਿਖ ਦੇਣਾ। ਇਸ ਦੀ ਵੈਲਿਊ ਭਰ ਦਾਂਗੇ 2 ਮਲਟੀਪਲਾਈ 22.7 ਮਲਟੀਪਲਾਈ, ਹੁਣ ਵੱਡੇ R ਦੀ ਵੈਲਿਊ ਆਈ ਸੀ ਆਪਣੇ ਕੋਲ 2.2 ਮਲਟੀਪਲਾਈ H ਦੀ ਵੈਲਿਊ ਸੇਮ ਹੈ 77। ਸੇਮ ਉਸੇ ਤਰੀਕੇ ਨਾਲ ਦੇਖੋ 7 ਦੀ ਕਟਿੰਗ ਹੋ ਜਾਏਗੀ 77 ਨਾਲ, 11 ਆ ਗਿਆ। 2 ਨੂੰ 22 ਨਾਲ ਮਲਟੀਪਲਾਈ ਕਰਾਂਗੇ 44 ਮਲਟੀਪਲਾਈ 2.2 ਮਲਟੀਪਲਾਈ 11। ਹੁਣ ਤੁਸੀਂ ਇੱਥੇ ਪੁਆਇੰਟ ਨੂੰ ਤੁਸੀਂ ਇਗਨੋਰ ਕਰ ਦਿਓ ਇੱਕ ਵਾਰੀ। ਦੇਖੋ 44 ਨੂੰ 22 ਨਾਲ ਅਸੀਂ ਉੱਪਰ ਹੀ ਮਲਟੀਪਲਾਈ ਕਰਕੇ ਆਏ ਸੀਗਾ ਤਾਂ ਆਨਸਰ ਆਇਆ ਸੀਗਾ ਸਾਡੇ ਕੋਲ 968 ਮਲਟੀਪਲਾਈ 11। ਇਸ ਨੂੰ ਜਦੋਂ ਮਲਟੀਪਲਾਈ ਕਰਾਂਗੇ 11 ਦੇ ਨਾਲ ਤਾਂ ਸਾਡੇ ਕੋਲ ਆਨਸਰ ਆਏਗਾ 10648। ਹੁਣ ਦੇਖੋ ਇੱਥੇ ਇੱਕ ਛੱਡ ਕੇ ਪੁਆਇੰਟ ਹੈ ਤਾਂ ਤੁਸੀਂ ਆਨਸਰ ਦੇ ਵਿੱਚ ਵੀ ਇੱਕ ਛੱਡ ਕੇ ਪੁਆਇੰਟ ਲਗਾ ਦੇਣਾ, ਸੈਂਟੀਮੀਟਰ ਸਕੁਅਰ। ਨੈਕਸਟ ਅਸੀਂ ਕੱਢਣਾ ਜੀ ਟੋਟਲ ਸਰਫੇਸ ਏਰੀਆ। ਇਸ ਨੂੰ ਕੱਢਣ ਲਈ ਸਭ ਤੋਂ ਪਹਿਲਾਂ ਇਸ ਨੂੰ ਸਾਰਾ ਅਰੇਜ਼ ਕਰ ਦਿੰਦੇ ਹਾਂ। ਟੋਟਲ ਸਰਫੇਸ ਏਰੀਆ ਕੱਢਣਾ ਜਦੋਂ, ਉਹਦਾ ਮਤਲਬ ਕੀ ਹੈ ਸਾਡੇ ਕੋਲ ਇਨਰ CSA ਪਲੱਸ ਆਊਟਰ CSA ਪਲੱਸ ਏਰੀਆ ਆਫ 2 ਰਿੰਗਸ। ਇਸ ਸਟੈਪ ਨੂੰ ਤੁਸੀਂ ਥੋੜਾ ਜਿਹਾ ਧਿਆਨ ਨਾਲ ਸਮਝ ਲਓ। ਦੇਖੋ ਇੱਕ ਸਾਡੇ ਕੋਲ ਇਹ ਰਿੰਗ ਬਣੀ ਹੋਈ ਹੈ, ਠੀਕ ਹੈ, ਇੱਕ ਇਹ ਅੰਦਰ ਹੈ, ਪਰ ਅਸੀਂ ਜਿਹੜਾ ਏਰੀਆ ਕੱਢਣਾ ਇਹ ਵੱਡੇ ਵਾਲੇ ਦਾ ਏਰੀਆ ਕੱਢਣਾ ਸਾਰੇ, ਠੀਕ ਹੈ। ਇਸ ਕਰਕੇ ਅਸੀਂ ਕੀ ਕਰਾਂਗੇ, ਇਸ ਵੱਡੇ ਦੇ ਏਰੀਏ ਵਿੱਚੋਂ ਛੋਟੇ ਦੇ ਏਰੀਏ ਨੂੰ ਮਾਈਨਸ ਕਰ। ਇਨਰ CSA ਦੀ ਵੈਲਿਊ ਹੈਗੀ ਸਾਡੇ ਕੋਲ 968 ਪਲੱਸ ਆਊਟਰ ਦੀ ਹੈਗੀ ਆ 1064.8 ਪਲੱਸ, ਹੁਣ ਅਸੀਂ ਏਰੀਆ ਆਫ 1 ਰਿੰਗ ਦਾ ਕੱਢ ਦਾਂਗੇ ਤੇ ਉਸ ਤੋਂ ਬਾਅਦ ਅਸੀਂ 2 ਨਾਲ ਮਲਟੀਪਲਾਈ ਕਰ ਦਾਂਗੇ। ਦੇਖੋ ਬਾਹਰ ਅਸੀਂ ਲਿਖ ਲਿਆ 2 ਏਰੀਆ ਆਫ 1 ਰਿੰਗ, ਜਿਹੜਾ ਹੁਣ ਰਿੰਗ ਮੀਨਸ ਕੀ ਹੈ, ਸਰਕਲ ਦੀ ਸ਼ੇਪ 'ਚ ਹੈ। ਸੋ ਅਸੀਂ ਫਾਰਮੂਲਾ ਲਗਾਵਾਂਗੇ ਇੱਥੇ ਏਰੀਆ ਆਫ ਸਰਕਲ, ਜਿਸ ਦਾ ਫਾਰਮੂਲਾ ਹੁੰਦਾ πr ਸਕੁਅਰ। ਹੁਣ ਇੱਥੇ r ਜਿਹੜਾ ਵੱਡਾ ਲਗਾਉਣਾ ਹੈ, ਜਿਸ ਦੇ ਵਿੱਚ ਅਸੀਂ ਕੀ ਕਰਾਂਗੇ, ਛੋਟੇ ਦਾ ਸਰਕਲ, ਜਿਹੜਾ ਇਹ ਛੋਟਾ ਸਰਕਲ ਹੈ ਇਸ ਦੇ ਏਰੀਆ ਨੂੰ ਅਸੀਂ ਮਾਈਨਸ ਕਰ ਦਾਂਗੇ ਇਸ ਵੱਡੇ ਸਰਕਲ ਦੇ ਏਰੀਏ ਦੇ ਵਿੱਚੋਂ, πr ਸਕੁਅਰ, ਠੀਕ ਹੈ। ਇੱਥੇ 2 ਲਿਖਣਾ ਨਾ ਜੋ ਬਾਹਰ ਹੈ, ਦੇਖੋ ਇਹ ਮਾਈਨਸ ਤੋਂ ਇੱਧਰ ਮਾਈਨਸ ਉਧਰ ਕਾਮਨ ਕੀ ਹੈ ਸਾਡੇ ਕੋਲ ਪਾਈ ਨੂੰ ਅਸੀਂ ਬਾਹਰ ਕੱਢ ਲਾਂਗੇ, ਅੰਦਰ ਕੀ ਰਹਿ ਗਿਆ ਸਾਡੇ ਕੋਲ r ਸਕੁਅਰ ਮਾਈਨਸ r ਸਕੁਅਰ, ਠੀਕ ਹੈ ਜੀ। 2 ਮਲਟੀਪਲਾਈ 22.7, ਵੱਡੇ r ਦੀ ਵੈਲਿਊ ਸਾਡੇ ਕੋਲ ਆਈ ਸੀਗੀ
2.2 is the square ਮਾਈਨਸ ਛੋਟੇ r ਦੀ ਆਈ ਸੀਗੀ 2 ਉਹਦਾ ਸਕੁਅਰ ਕਰ ਦਾਂਗੇ 2 ਨੂੰ 22 ਨਾਲ ਮਲਟੀਪਲਾਈ ਕਰਾਂਗੇ 44/7 2.2 ਦਾ ਸਕੁਅਰ ਦਾ ਮਤਲਬ ਕੀ ਹੋਇਆ ਕਿ 2.2 ਨੂੰ 2.2 ਨਾਲ ਹੀ ਮਲਟੀਪਲਾਈ ਕਰਨਾ ਹੈ। ਹੁਣ ਤੁਸੀਂ ਪੁਆਇੰਟ ਨੂੰ ਫੇਰ ਇਗਨੋਰ ਕਰ ਦਿਓ 22 ਨੂੰ 22 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆਨਸਰ ਆ ਜਾਏਗਾ 484। ਦੇਖੋ ਇੱਥੇ ਇੱਕ ਡਿਜਿਟ ਛੱਡ ਕੇ ਪੁਆਇੰਟ ਹੈ, ਇਸ ਸਾਈਡ ਵੀ ਇੱਕ ਡਿਜਿਟ ਛੱਡ ਕੇ ਪੁਆਇੰਟ ਹੈ, ਤਾਂ ਟੋਟਲ ਹੋ ਗਏ ਸਾਡੇ ਕੋਲ 2 ਡਿਜਿਟ। ਤਾਂ ਅਸੀਂ ਇੱਥੇ 2 ਡਿਜਿਟ ਛੱਡ ਕੇ ਪੁਆਇੰਟ ਲਗਾ ਦਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 4.84 ਮਾਈਨਸ 2 ਦਾ ਸਕੁਅਰ ਹੋਊਗਾ 4। ਹੁਣ ਦੇਖੋ ਇੱਥੇ ਕਈ ਸਟੂਡੈਂਟ ਨੂੰ ਮਾਈਨਸ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ 4.8 ਦੇ ਵਿੱਚੋਂ ਜਦੋਂ ਅਸੀਂ 4 ਨੂੰ ਮਾਈਨਸ ਕਰਨਾ ਹੈ ਤਾਂ ਜਿਹੜਾ ਇਹ 4 ਹੈ ਤੁਸੀਂ ਇਸ 4 ਦੇ ਨੀਚੇ ਰੱਖਣਾ ਹੈ। ਠੀਕ ਹੈ ਜੀ, ਕਈ ਸਟੂਡੈਂਟ ਕੀ ਕਰਦੇ ਨੇ ਉਹ 84 ਨੂੰ ਜਦੋਂ ਅਸੀਂ 4 ਮਾਈਨਸ ਕਰਨਾ ਹੋਵੇ ਤਾਂ ਉਹ ਇਸ ਸਾਈਡ ਰੱਖ ਦਿੰਦੇ ਨੇ। ਵਿਦਆਊਟ ਪੁਆਇੰਟ ਵਾਲਾ ਡਿਜਿਟ ਤੁਸੀਂ ਹਮੇਸ਼ਾ ਪੁਆਇੰਟ ਤੋਂ ਲੈਫਟ ਸਾਈਡ ਹੀ ਰੱਖਣਾ, ਇਹ ਤੁਸੀਂ ਯਾਦ ਰੱਖਣਾ। ਮਾਈਨਸ ਕਰਕੇ ਇੱਥੇ ਆਨਸਰ ਆ ਜਾਏਗਾ 48 4 ਜੋ 4 ਗਏ 0 0.84 44.7 ਮਲਟੀਪਲਾਈ 84। ਮੈਂ 84 ਕਿਉਂ ਲਿਖਿਆ? ਦੇਖੋ ਪੁਆਇੰਟ ਦਾ 1 ਬਣ ਗਿਆ, ਅੱਗੇ 2 ਡਿਜਿਟ ਨੇ ਤਾਂ ਇਸ ਦੀਆਂ 2 0 ਲੱਗ ਗਈਆਂ। 7 ਦੇ ਟੇਬਲ 'ਚ 84 ਕਿੱਥੇ ਆਉਂਦਾ ਹੈ? 12 ਤੇ 44 ਨੂੰ 12 ਨਾਲ ਮਲਟੀਪਲਾਈ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 528/100। ਦੇਖੋ ਇਹ 2 ਜ਼ੀਰੋਆਂ ਨੇ, ਇਹਦਾ ਮਤਲਬ ਕੀ ਹੈ ਕਿ ਤੁਸੀਂ 2 ਡਿਜਿਟ ਛੱਡ ਕੇ ਪੁਆਇੰਟ ਲਗਾਉਣਾ ਹੈ 1 2, ਇੱਥੇ ਪੁਆਇੰਟ ਲੱਗ ਜਾਏਗਾ। ਇੱਥੇ ਆਨਸਰ ਆ ਜਾਏਗਾ ਸਾਡੇ ਕੋਲ 5.28। ਠੀਕ ਹੈ, ਹੁਣ ਇਸ ਸਾਈਡ ਕੀ ਸੀਗਾ ਸਾਡੇ ਕੋਲ 964 + 1064.8 ਪਲੱਸ ਇਹ 5.28। ਹੁਣ ਇਸ ਦੀ ਅਸੀਂ ਵੈਲਿਊ ਕੱਢਣੀ ਹੈ। ਦੇਖੋ ਇਹ ਵਿਦਆਊਟ ਪੁਆਇੰਟ ਹੈ, ਇਹ ਪੁਆਇੰਟ ਵਾਲਾ ਹੈ ਔਰ ਇਸ ਦੇ ਵਿੱਚ ਵੀ ਪੁਆਇੰਟ ਹੈ। 964 ਪਹਿਲਾਂ ਅਸੀਂ ਉਹ ਲਿਖ ਲਿਆ ਜਿਹਦੇ ਵਿੱਚ ਕੋਈ ਪੁਆਇੰਟ ਨਹੀਂ ਹੈਗਾ। ਹੁਣ ਦੇਖੋ ਜਿਹੜਾ ਪੁਆਇੰਟ ਹੈ ਤਾਂ ਅਸੀਂ ਕੀ ਕਰਨਾ, ਇਹ ਜਿਹੜਾ ਪੁਆਇੰਟ ਹੈ ਇਹ ਬਾਹਰ ਵਾਲੀ ਸਾਈਡ ਰੱਖਣਾ ਹੈ। ਹੁਣ ਪੁਆਇੰਟ ਤੋਂ ਲੈਫਟ ਸਾਈਡ ਕੀ ਹੈ? ਦੇਖੋ 4601। ਪੁਆਇੰਟ ਤੋਂ ਰਾਈਟ ਸਾਈਡ ਕੀ ਹੈ? 8। ਠੀਕ ਹੈ, ਫਿਰ ਨੈਕਸਟ ਵੀ ਇਸ ਤਰ੍ਹਾਂ ਹੀ ਪੁਆਇੰਟ। ਹੁਣ ਨੈਕਸਟ ਅਸੀਂ ਪੁਆਇੰਟ ਦੇ ਨੀਚੇ ਪੁਆਇੰਟ ਰੱਖ ਲੈਣਾ। ਪੁਆਇੰਟ ਤੋਂ ਲੈਫਟ ਸਾਈਡ ਕੀ ਹੈ? 5। ਪੁਆਇੰਟ ਦੇ ਰਾਈਟ ਸਾਈਡ ਕੀ ਹੈ? 2 8। ਉੱਪਰ ਇਸ ਪੇ ਤੁਹਾਡੇ ਕੋਲ ਖਾਲੀ ਬਚ ਗਈ, ਇੱਥੇ ਤੁਸੀਂ 0 ਪੁੱਟ ਕਰ ਸਕਦੇ ਹੋ। ਠੀਕ ਹੈ, ਹੁਣ ਇਸ ਨੂੰ ਅਸੀਂ ਪਲੱਸ ਕਰ ਦਾਂਗੇ 8 8 2 10। ਪੁਆਇੰਟ ਆਪਣੀ ਜਗ੍ਹਾ ਤੇ ਲੱਗ ਗਿਆ, 1 ਕੈਰੀ ਹੋ ਗਿਆ। 4 and 1 5 5 और 5 10 10 और 4 14 1 कैरी हो गया। 6 6 12 12 1 13 1 कैरी हो गया। 9 1 0 10 1 कैरी हो गया। 1 1 2। आंसर आ गया साढ़े को 2034.08 सेंटीमीटर ਸਕੁਅਰ। ਇਹ ਸਾਡਾ ਫਾਈਨਲ ਆਨਸਰ ਆ ਗਿਆ ਜੀ, ਟੋਟਲ ਸਰਫੇਸ ਏਰੀਆ। ਇਸ ਤਰੀਕੇ ਦੇ ਕੁਐਸਚਨ ਨੂੰ ਤੁਸੀਂ ਹੋਰ ਚੰਗੀ ਤਰ੍ਹਾਂ ਸਮਝਣ ਦੇ ਲਈ ਮੈਂ ਵੀਡੀਓਜ਼ ਦੀ ਸੀਰੀਜ਼ ਬਣਾ ਰਿਹਾ ਜਿਸ ਦੇ ਵਿੱਚ ਮੈਂ ਚੈਪਟਰ 13 ਦਾ 13.1 ਐਕਸਰਸਾਈਜ਼ ਕੰਪਲੀਟ ਕਰ ਦਿੱਤੀ ਹੈ। ਹੁਣ ਨੈਕਸਟ ਸੀਰੀਜ਼ ਜਿਹੜੀ ਹੈਗੀ ਆ ਇਹਨਾਂ ਐਗਜ਼ਾਮ ਤੋਂ ਬਾਅਦ ਨਾਲ ਦੀ ਨਾਲ ਅਸੀਂ ਸਟਾਰਟ ਕਰ ਦਾਂਗੇ। ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਵੀਡੀਓ ਹੈ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ। ਤੁਸੀਂ ਆਪਣਾ ਨੋਟੀਫਿਕੇਸ਼ਨ ਵੀ ਔਨ ਕਰ ਲਓ ਆਪਣੇ ਫੋਨ ਦੇ ਵਿੱਚ। 8th ਕੁਐਸਚਨ ਹੈ ਸਾਡੇ ਸਾਹਮਣੇ, ਅ ਜੋਕਰਸ ਕੈਪ ਇਨ ਦਾ ਫਾਰਮ ਆਫ ਰਾਈਟ ਸਰਕੂਲਰ ਕੋਨ ਆਫ ਬੇਸ ਰੇਡੀਅਸ 7 ਸੈਂਟੀਮੀਟਰ ਐਂਡ ਹਾਈਟ 24 ਸੈਂਟੀਮੀਟਰ। ਕਹਿੰਦਾ ਇੱਕ ਜੋਕਰ ਦੀ ਕੈਪ ਹੈ ਰਾਈਟ ਸਰਕੂਲਰ ਕੋਨ ਦੀ ਸ਼ੇਪ ਦੇ ਵਿੱਚ ਹੈ ਜਿਸ ਦਾ ਰੇਡੀਅਸ 7 ਸੈਂਟੀਮੀਟਰ ਹੈ, ਹਾਈਟ 24 ਸੈਂਟੀਮੀਟਰ ਹੈ। ਫਾਈਂਡ ਦਾ ਏਰੀਆ ਆਫ ਦਾ ਸ਼ੀਟ ਰਿਕੁਆਇਰਡ ਟੂ ਮੇਕ 10 ਸੱਚ ਕੈਪਸ। ਕਹਿੰਦਾ ਜੇ ਅਸੀਂ ਇਸ ਤਰੀਕੇ ਦੀਆਂ 10 ਕੈਪ ਬਣਾਉਣੀਆਂ ਹੋਣ ਤਾਂ ਤੁਸੀਂ ਉਸ ਦਾ ਸ਼ੀਟ ਦਾ ਏਰੀਆ ਸਾਨੂੰ ਦੱਸਣਾ ਕਿ ਸਾਨੂੰ ਕਿੰਨੀ ਸ਼ੀਟ ਜਿਹੜੀ ਰਿਕੁਆਇਰਡ ਹੈ। ਤਾਂ ਦੇਖੋ ਬਹੁਤ ਹੀ ਸਿੰਪਲ ਕੁਐਸਚਨ ਹੈ। ਕੋਨ ਦੀ ਸ਼ੇਪ ਬਣ ਗਈ ਸਾਡੇ ਕੋਲ, ਰੇਡੀਅਸ ਇਸ ਦੇ ਵਿੱਚ ਦਿੱਤਾ ਹੋਇਆ। ਦੇਖੋ ਇੱਥੋਂ ਅਸੀਂ ਸੈਂਟਰ ਤੋਂ ਰੇਡੀਅਸ ਲੈ ਲੈਣਾ, ਇਹ ਕਿੰਨਾ ਸਾਡੇ ਕੋਲ 7 ਸੈਂਟੀਮੀਟਰ। ਹਾਈਟ ਜਿਹੜੀ ਹੈ ਤੁਹਾਡੇ ਕੋਲ ਇਹ ਕੀ ਆ 24 ਸੈਂਟੀਮੀਟਰ। ਦੇਖੋ ਜਿਹੜੀ ਇਹ ਹਾਈਟ ਹੈ ਇਹ ਵਾਲੀ ਦਿੱਤੀ ਹੋਈ ਹੈ ਤੁਹਾਨੂੰ 24 ਸੈਂਟੀਮੀਟਰ। ਜਿਹੜੀ ਇਹ ਹਾਈਟ ਹੈ ਇਸ ਨੂੰ ਅਸੀਂ ਕੀ ਕਹਿੰਦੇ ਆ? ਸਲੈਂਟ ਹਾਈਟ। ਸਲੈਂਟ ਹਾਈਟ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਤਿਰਛੀ ਉਚਾਈ ਵੀ ਕਹਿ ਦਿੰਦੇ ਆ। ਠੀਕ ਹੈ ਜੀ, ਇਹ ਤੁਸੀਂ ਯਾਦ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਰੇਡੀਅਸ ਕਿੰਨਾ ਸਾਡੇ ਕੋਲ 7 ਸੈਂਟੀਮੀਟਰ, ਹਾਈਟ ਕਿੰਨੀ ਹੈ 24 ਸੈਂਟੀਮੀਟਰ। ਹੁਣ ਜੇ ਇੱਥੇ ਅਸੀਂ ਫਾਰਮੂਲਾ ਲਗਾਉਣਾ ਹੋਵੇ ਉਹ ਲੱਗੂਗਾ ਸਾਡੇ ਕੋਲ CSA ਆਫ ਕੋਨ। ਠੀਕ ਹੈ ਜੀ, ਜਿਸ ਦਾ ਫਾਰਮੂਲਾ ਹੁੰਦਾ ਹੈ ਪਾਈ RL। ਦੇਖੋ ਹੁਣ ਪਾਈ ਦੀ ਵੈਲਿਊ ਸਾਨੂੰ ਪਤਾ ਹੈ 22.7 ਹੁੰਦੀ ਹੈ, R ਦੀ ਵੀ ਦਿੱਤੀ ਹੋਈ ਹੈ ਪਰ L ਸਾਡੇ ਕੋਲ ਨਹੀਂ ਦਿੱਤੀ ਹੋਈ। ਤਾਂ ਅਸੀਂ ਪਹਿਲਾਂ ਕੀ ਕਰਾਂਗੇ L ਦੀ ਵੈਲਿਊ ਫਾਈਂਡ ਕਰਾਂਗੇ। ਹੁਣ L ਦੀ ਵੈਲਿਊ ਫਾਈਂਡ ਕਰਨ ਦੇ ਲਈ L ਦਾ ਫਾਰਮੂਲਾ ਹੁੰਦਾ ਹੈ L ਰੂਟ ਦੇ ਵਿੱਚ h² + r²। ਹੁਣ ਦੇਖੋ ਰੂਟ ਦੇ ਵਿੱਚ h ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ 24, ਇਹਦਾ ਸਕੁਅਰ ਕਰ ਦਾਂਗੇ ਪਲੱਸ r 7 ਦਾ ਸਕੁਅਰ। ਰੂਟ ਦੇ ਵਿੱਚ 24 ਦਾ ਸਕੁਅਰ ਮੀਨਸ 24 ਨੂੰ 24 ਨਾਲ ਹੀ ਮਲਟੀਪਲਾਈ ਕਰਨਾ ਹੈ ਤਾਂ ਆਨਸਰ ਸਾਡੇ ਕੋਲ ਆ ਜਾਏਗਾ 576 + 7 7 ਦਾ 49। ਇਸ ਨੂੰ ਅਸੀਂ ਪਲੱਸ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 625। ਹੁਣ ਇਸ ਪੁਆਇੰਟ ਤੋਂ ਆ ਕੇ ਸਟੂਡੈਂਟ ਨੂੰ ਇਹ ਨਹੀਂ ਪਤਾ ਲੱਗਦਾ ਕਿ 625 ਦਾ ਜਿਹੜਾ ਰੂਟ ਹੈ ਉਹ ਮੈਂ ਕਿਸ ਤਰ੍ਹਾਂ ਕੱਢਾਂ। ਹੁਣ ਦੇਖੋ 625 ਦਾ ਰੂਟ ਦਾ ਮਤਲਬ ਕੀ ਹੈ ਕਿ ਕਿਹੜਾ ਐਸਾ ਡਿਜਿਟ ਹੈ ਜਿਸ ਨੂੰ ਉਸਦੇ ਨਾਲ ਹੀ ਮਲਟੀਪਲਾਈ ਕਰਨ ਦੇ ਨਾਲ
6 to 5 ਆ ਜੇ। ਜਿਸ ਤਰ੍ਹਾਂ ਹੁਣ ਅਸੀਂ ਮੰਨ ਲਓ ਕਹਿ ਦੋ ਵੀ 25, ਹੁਣ 25 ਦਾ ਰੂਟ ਕੀ ਹੋਏਗਾ, ਕਿਹੜਾ ਐਸਾ ਡਿਜਿਟ ਹੈ ਜਿਸ ਨੂੰ ਉਸ ਨਾਲ ਮਲਟੀਪਲਾਈ ਕਰਨ ਦੇ ਨਾਲ ਆਨਸਰ 25 ਆ ਜਾਏਗਾ, ਤਾਂ ਅਸੀਂ ਕਹਾਂਗੇ 5। ਵੀ 5 ਨੂੰ 5 ਨਾਲ ਕਰਾਂਗੇ ਤਾਂ ਆਨਸਰ ਸਾਡੇ ਕੋਲ 25 ਆ ਜਾਏਗਾ। ਤਾਂ ਇਸ 25 ਦਾ ਰੂਟ ਕੀ ਹੋਇਆ 5। ਇਸੇ ਤਰੀਕੇ ਨਾਲ ਅਸੀਂ 6 to 5 ਦਾ ਕੱਢਣਾ ਹੈ। ਦੇਖੋ ਜਦੋਂ ਵੱਡੇ ਡਿਜਿਟ ਆ ਜਾਣ ਤਾਂ ਤੁਸੀਂ ਕੀ ਕਰਨਾ ਹੈ, ਤੁਸੀਂ ਇਸ ਤਰੀਕੇ ਨਾਲ ਉਹਦੇ ਐਲਸੀਐਮ ਲੈ ਲੈਣਾ 6 to 5। ਦੇਖੋ ਇਸ ਰੂਟ ਦੀ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਮੈਂ ਆਪਣੇ ਚੈਨਲ ਤੇ ਇੱਕ ਵੀਡੀਓ ਬਣਾਈ ਹੋਈ ਹੈ ਜਿਸ ਦਾ ਥੰਬਨੇਲ ਦੇ ਵਿੱਚ ਲਿਖਿਆ ਹੋਇਆ ਕਿ ਰੂਟ ਦਾ ਜਬ, ਉਹ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਤੇ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਤੁਹਾਨੂੰ ਬਹੁਤ ਈਜ਼ੀ ਤਰੀਕੇ ਨਾਲ ਮੈਂ ਸਮਝਾਇਆ ਹੋਇਆ ਔਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਆ ਜਾਏਗੀ ਉਸ ਨੂੰ ਦੇਖ ਕੇ। ਦੇਖੋ ਇਸ ਨੂੰ ਅਸੀਂ ਡਿਵਾਈਡ ਕਰ ਦਾਂਗੇ। 5 ਦੇ ਟੇਬਲ 6 to 5 ਕਿੱਥੇ ਆਇਆ 1 to 5 ਤੇ, ਫਿਰ 5 ਦੇ ਟੇਬਲ 'ਚ 1 to 5 ਕਿੱਥੇ ਆਇਆ 25 ਤੇ, 5 ਦੇ ਟੇਬਲ 25 ਕਿੱਥੇ ਆਇਆ 5 ਤੇ। ਹੁਣ ਦੇਖੋ ਇਹਦੇ ਫੈਕਟਰ ਬਣ ਗਏ 5 ਮਲਟੀਪਲਾਈ 5 ਇਹਦੇ ਵਿੱਚ ਅਸੀਂ ਪੇਅਰ ਬਣਾ ਲੈਣੇ। ਦੇਖੋ 2 ਦੇ ਪੇਅਰ ਬਣਾ ਕੇ ਇਸ ਨੂੰ ਅਸੀਂ ਬਾਹਰ ਕੱਢ ਲੈਣਾ 5 ਮਲਟੀਪਲਾਈ 5। ਇਸ ਨੂੰ ਅਸੀਂ ਮਲਟੀਪਲਾਈ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 25। ਇਟ ਮੀਨਸ ਕੀ ਹੋਇਆ ਕਿ 25 ਹੀ ਐਸਾ ਡਿਜਿਟ ਹੈ ਜਿਸ ਨੂੰ ਉਸ ਦੇ ਨਾਲ ਹੀ ਮਲਟੀਪਲਾਈ ਕਰਨ ਦੇ ਨਾਲ ਆਨਸਰ ਸਾਡੇ ਕੋਲ 6 to 5 ਆ ਜਾਂਦਾ। ਹੁਣ ਸੇਮ ਉਦਾਂ ਹੀ CSA ਦਾ ਅਸੀਂ ਫਾਰਮੂਲਾ ਲਗਾਵਾਂਗੇ। CSA ਆਫ ਕੋਨ ਇਜ਼ ਇਕੁਅਲ ਟੂ ਪਾਈ ਆਰ ਐਲ। ਪਾਈ ਦੀ ਵੈਲਿਊ 22.7 ਮਲਟੀਪਲਾਈ ਆਰ ਦੀ ਵੈਲਿਊ ਸਾਡੇ ਕੋਲ ਸੀਗੀ 7 ਐਂਡ ਐਲ ਦੀ ਵੈਲਿਊ ਸਾਡੇ ਕੋਲ ਆਈ 25। 7 ਨਾਲ 7 ਦੀ ਕਟਿੰਗ ਹੋ ਗਈ 22 ਮਲਟੀਪਲਾਈ 25। 22 ਨੂੰ ਜਦੋਂ 25 ਨਾਲ ਮਲਟੀਪਲਾਈ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 550 ਸੈਂਟੀਮੀਟਰ ਸਕੁਅਰ। ਇਹ ਸਾਡੇ ਕੋਲ ਏਰੀਆ ਆਫ 1 ਕੈਪ ਆ ਗਿਆ। ਅਸੀਂ ਕੱਢਣਾ ਹੈ ਏਰੀਆ ਆਫ 10 ਸੱਚ ਕੈਪ। ਤਾਂ ਸਿੰਪਲ ਹੈ 550 ਨੂੰ ਅਸੀਂ ਮਲਟੀਪਲਾਈ ਕਰ ਦਾਂਗੇ 10 ਦੇ ਨਾਲ। ਦੇਖੋ 55 ਨੂੰ 1 ਨਾਲ ਮਲਟੀਪਲਾਈ ਕੀਤਾ ਆਨਸਰ ਆ ਗਿਆ ਸਾਡੇ ਕੋਲ 55 ਐਂਡ ਇਸ ਦੇ ਵਿੱਚ ਇੱਕ 0 ਹੈ, ਇੱਕ 0 ਨਾਲ ਲਗਾ ਦਾਂਗੇ। ਇਸ ਸਾਈਡ ਵੀ ਇੱਕ 0 ਹੈ, ਇਸ ਨੂੰ ਅਸੀਂ ਨਾਲ ਲਗਾ ਦਾਂਗੇ ਤਾਂ ਟੋਟਲ ਬਣ ਗਿਆ ਸਾਡੇ ਕੋਲ 5500 ਸੈਂਟੀਮੀਟਰ ਸਕੁਅਰ। खत्म। बाय बाय टाटा गुड बाय।